ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਘਰ ਦੂਜਾ ਦੋ ਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ, ਆਵਰ ਕਛੂ ਮੇਰਾ ਸੰਗ ਨਾ ਚਾਲੈ। ਮਿਲੈ ਕਿਰਪਾ ਗੁਣ ਗਾਮ, ਮੰਗੋ ਦਾਨ ਠਾਕੁਰ ਨਾਮ। ਆਵਰ ਕਛੂ ਮੇਰਾ ਸੰਗ ਨਾ ਚਾਲੈ। ਮਿਲੈ ਕਿਰਪਾ ਗੁਣ ਗਾਮ। ਰਹਾਉ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਛਾਮ। ਤਾਏ ਤਾਏ ਬਹੁ ਬਿਦ ਕੋ ਧਾਵੈ, ਸਗਲ ਨਿਰਾਰਥ ਕਾਮ। ਬਿਨ ਗੋਵਿੰਦ ਆਵਰ ਜੇ ਚਾਹੋ, ਦੀਸਾ ਸਗਲ ਬਾਤ ਹੈ ਖਾਮ। ਕਹੋ ਨਾਨਕ ਸੰਤ ਰੇ ਨ ਮੰਗੋ, ਮੇਰੋ ਮਨ ਪਾਵੈ ਬਿਸਰਾਮ। ਬਿਨ ਗੋਵਿੰਦ ਆਵਰ ਜੇ ਚਾਹੋ, ਦੀਸਾ ਸਗਲ ਬਾਤ ਹੈ ਖਾਮ। ਕਹੋ ਨਾਨਕ ਸੰਤ ਰੇ ਨ ਮੰਗੋ, ਮੇਰੋ ਮਨ ਪਾਵੈ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ ਜੋ ਸੰਸਾਰ ਦੀ ਸਭ ਤੋਂ ਸੁੰਦਰ, ਸਭ ਤੋਂ ਉੱਤਮ, ਜਿਸ ਵਰਗੀ ਦੂਸਰੀ ਕੋਈ ਥਾਂ ਕਾਇਨਾਤ ਦੇ ਵਿੱਚ ਹੈ ਨਹੀਂ, ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਿਹਨੂੰ ਬਾਣੀ ਵਿੱਚ ਆਖਿਆ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ।
ਸਿੱਖਾਂ ਦੀ ਧੜਕਣ, ਸਾਡੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਅੰਮ੍ਰਿਤ ਵੇਲੇ ਦਾ ਅਤਿ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਸ੍ਰੀ ਹੁਕਮਨਾਮਾ ਸਾਹਿਬ ਮੁੱਖ ਵਾਕ ਸਰਵਣ ਕਰਵਾਇਆ ਹੈ। ਇਸ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ, ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹਾਂ। ਗੁਰੂ ਸਾਹਿਬ ਬਚਨ ਕਰਦੇ ਹਨ ਬਾਣੀ ਵਿੱਚ, ਸੁਨ ਹਰ ਕਰ ਹਰ ਕਰਮ ਸ਼ਰਵਨ ਹਰ ਕਥਾ। ਕਹਿੰਦੇ ਕਰ ਹਰ ਕਰਮ ਸ਼ਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਜਿਹੜੀ ਸਤਿਗੁਰੂ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਥਾ ਸੁਣਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਇਹਦੇ ਨਾਲ ਦਰਗਾਹ ਵਿੱਚ ਵੀ ਗੁਰਸਿੱਖੋ ਮੁੱਖ ਉਜਲਾ ਹੁੰਦਾ ਹੈ। ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 713 ਦੇ ਉੱਤੇ ਸੁਭਾਇਮਾਨ ਹੈ। ਟੋਡੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਦੂਸਰੇ ਘਰ ਦੇ ਅੰਦਰ ਇਹ ਦੋ ਪਦਿਆਂ ਵਾਲਾ ਸ਼ਬਦ ਹੈ, ਦੋ ਪਦੇ। ਅਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਪਹਿਲਾ ਮੰਗਲ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਇਹ ਸਤਿਗੁਰੂ ਜੀ ਨੇ ਮੰਗਲ ਕੀਤਾ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਅੰਦਰ ਗੁਰੂ ਜੀ ਸਾਨੂੰ ਕੀ ਸਮਝਾਉਂਦੇ ਹਨ, ਹਾਜ਼ਰੀ ਲਵਾਉਂਦੇ ਹੋਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਘਰ ਦੂਜਾ ਦੋ ਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ। ਟੋਡੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਹਨ। ਦੂਜੇ ਘਰ ਸੁਰਤਾਲ ਦੇ ਅੰਦਰ ਇਹ ਦੋ ਪਦਿਆਂ ਵਾਲਾ ਸ਼ਬਦ ਹੈ। ਪਹਿਲਾ ਮੰਗਲ ਕਰਦੇ ਹੋਏ ਪਰਮੇਸ਼ਰ ਵਾਹਿਗੁਰੂ ਇੱਕ ਸਰਬ ਦਾ ਪ੍ਰਕਾਸ਼ਕ ਅਤੇ ਉਸ ਦੀ ਸਤਿਗੁਰੂ ਦੀ ਕਿਰਪਾ ਦੇ ਸਦਕਾ ਪ੍ਰਾਪਤੀ ਹੁੰਦੀ ਹੈ। ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਮੰਗੋ ਦਾਨ ਠਾਕੁਰ ਨਾਮ। ਗੁਰੂ ਪਿਆਰੇ ਖਾਲਸਾ ਜੀ, ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਗੁਰਬਾਣੀ ਵਿੱਚ ਸਤਿਗੁਰੂ ਕਹਿੰਦੇ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਔਰ ਐਸਾ ਵੀ ਵਚਨ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਦੇ। ਗੁਰਸਿੱਖਾਂ ਨੇ ਗੁਰੂ ਨਾਨਕ ਦੇ ਘਰੋਂ ਬਹੁਤ ਕੁਝ ਲਿਆ, ਕਦੇ ਕਿਸੇ ਚੀਜ਼ ਦੀ ਕਮੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਕੈਥਲ ਦੇ ਵਿੱਚ ਜਾਈਏ, ਕਦੇ ਸਾਧ ਸੰਗਤ ਜੀ ਆਪਣੇ ਇਤਿਹਾਸ ਬਾਰੇ ਜਾਣੀਏ ਤਾਂ ਜੋ ਸਾਡਾ ਇਤਿਹਾਸ ਦਾ ਸਭ ਤੋਂ ਵੱਡਾ ਸਰੋਤ ਹੈ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਅਤਿ ਸਤਿਕਾਰਯੋਗ ਮਹਾਨ ਕਵੀ ਚੂੜਾਮਨ ਸਰਦਾਰ ਸੰਤੋਖ ਸਿੰਘ ਜੀ, ਉਹਨਾਂ ਨੇ ਜੋ ਪਾਵਨ ਗ੍ਰੰਥ ਲਿਖਿਆ ਉਹ ਕੈਥਲ ਦੀ ਧਰਤੀ 'ਤੇ ਲਿਖਿਆ। ਪਰ ਸਾਧ ਸੰਗਤ ਜਿਹੜੇ ਕੈਥਲ ਦੇ ਰਾਜਾ ਸਨ ਸਰਦਾਰ ਉਦੈ ਸਿੰਘ ਜੀ,
ਉਹ ਤੁਹਾਨੂੰ ਯਾਦ ਹੋਵੇ, ਉਹ ਗੁਰੂ ਨਾਨਕ ਦੇ ਘਰੋਂ ਇੱਕ ਮਾਈ, ਇੱਕ ਬੀਬੀ ਨੇ ਹੱਥ ਜੋੜ ਕੇ ਝੋਲੀ ਅੱਡ ਕੇ ਬਖਸ਼ਿਸ਼ ਮੰਗੀ ਸੀ। ਮਹਾਰਾਜ ਮੈਂ ਬੜੀ ਗਰੀਬ ਹਾਂ, ਮਾਈ ਮੰਗ ਲੈ ਕੀ ਮੰਗਣਾ। ਇੱਕ ਵਾਰ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰਾ ਨਾਮ ਮਾਈ ਸਲੇਖਾਂ, ਸੋਨੇ ਦੀ ਮਧਾਣੀ ਹੋਵੇ ਤੇ ਨੂੰਹ ਦੁੱਧ ਰਿੜਕਦੀ ਦੇਖਾਂ। ਮਹਾਰਾਜ ਇੰਨੇ ਖੁਸ਼ ਹੋਏ, ਬਖਸ਼ਿਸ਼ਾਂ ਕੀਤੀਆਂ ਤੇ ਉਹਨਾਂ ਦੀ ਅੱਗੇ ਵੰਸ਼ ਦੇ ਕੋਲ ਰਾਜ ਰਹੇ ਸਾਧ ਸੰਗਤ, ਤੇ ਉਹ ਰਾਜਿਆਂ ਨੇ ਅੱਗੇ ਰਿਆਸਤਾਂ 'ਤੇ ਰਾਜ ਕੀਤਾ ਔਰ ਗੁਰੂ ਨਾਨਕ ਦੇ ਘਰ ਦੀ ਬਹੁਤ ਵੱਡੀ ਸੇਵਾ ਕੀਤੀ। ਗੁਰੂ ਘਰੋਂ ਬਹੁਤ ਕੁਝ ਮਿਲਦਾ ਹੈ, ਗੁਰਸਿੱਖਾਂ ਨੇ ਲਿਆ, ਝੋਲੀਆਂ ਭਰੀਆਂ ਨੇ। ਪਰ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇੱਕ ਅਨੋਖੇ ਦਾਨ ਦੀ ਗੱਲ ਕਰ ਰਹੇ ਆ। ਜਦੋਂ ਅਰਦਾਸ ਕਰਦੇ ਹਾਂ ਨਾ ਜੀ, ਹਰ ਰੋਜ਼ ਆਪਾਂ, ਉਹਦੇ ਵਿੱਚ ਦਾਨਾਂ ਦਾ ਜ਼ਿਕਰ ਆਉਂਦਾ ਹੈ। ਉਹਦੇ ਵਿੱਚ ਆਪਾਂ ਜਿੱਥੇ ਮੰਗਦੇ ਹਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਉਹਨਾਂ ਦਾਨਾਂ ਦੇ ਵਿੱਚੋਂ ਜੋ ਦਾਨਾ ਸਿਰ ਦਾਨ, ਦਾਨਾਂ ਦੇ ਵਿੱਚੋਂ ਵੱਡਾ ਦਾਨ, ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਮੰਗਿਆ, ਜਿਹਨੂੰ ਅਸੀਂ ਅਰਦਾਸ 'ਚ ਰੋਜ਼ ਮੰਗਦੇ ਹਾਂ, ਨਾਮਦਾਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਪਰਮੇਸ਼ਰ, ਹੇ ਵਾਹਿਗੁਰੂ, ਮੈਨੂੰ ਪਤਾ ਹੈ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਤੂੰ ਦਿੰਦਾ ਹੈ ਆਪਣੇ ਸੇਵਕਾਂ ਨੂੰ, ਝੋਲੀਆਂ ਭਰਦਾ ਹੈ, ਇੰਨਾ ਦਿੰਦਾ ਹੈ ਕਿ ਮੁੜ ਕੇ ਮੰਗਣ ਦੀ ਲੋੜ ਨਹੀਂ ਪੈਂਦੀ। ਪਰ ਸਭ ਤੋਂ ਵੱਡੀ ਚੀਜ਼ ਹੈ, ਜੇ ਦਾਨ ਗੁਰਸਿੱਖੋਂ ਮੰਗਣਾ ਹੈ ਤੇ ਮਹਾਰਾਜ ਕਹਿੰਦੇ ਨਾਮ ਦਾ ਦਾਨ ਆਪਣੇ ਪਰਮੇਸ਼ਰ ਤੋਂ ਮੰਗੋ। ਉਹ ਦਾਨ ਮੰਗੋ। ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਗੁਰਸਿੱਖੋ ਜੇ ਗੁਰੂ ਨਾਨਕ ਤੋਂ ਮੰਗਣਾ ਹੀ ਹੈ, ਜਿੱਥੇ ਦੁਨੀਆ ਦੀਆਂ ਚੀਜ਼ਾਂ ਮੰਗਦੇ ਆ, ਮਾਨ ਮੰਗਾਉ, ਤਾਨ ਮੰਗਾਉ, ਧਨ ਲਖਮੀ ਸੁੱਤ ਦੇ। ਹੇ ਮੇਰੇ ਮਾਲਕ, ਮੈਂ ਤੇਰੇ ਘਰੋਂ ਹੀ ਮੰਗਣਾ ਨਾ ਸਾਰਾ ਕੁਝ। ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦਾ ਟਰੈਂਡ ਜਿਹਾ ਚੱਲ ਰਿਹਾ ਸਾਧ ਸੰਗਤ, ਗੁਰੂ ਨਾਨਕ ਦੇ ਘਰ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸਾਡੇ ਕੁਝ ਬੰਦਿਆਂ ਵੱਲੋਂ ਵੀ, ਇੱਥੇ ਤੇ ਮਿਲਦਾ ਹੀ ਕੁਝ ਨਹੀਂ, ਇੱਥੇ ਤੇ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਧੀ ਦੀ ਪੁੱਤ ਦੀ ਅਰਦਾਸ ਕਰੇ ਤੇ ਅਸੀਂ ਕਹਾਂਗੇ ਜੀ ਇਹ ਅਰਦਾਸ ਕਿਉਂ ਕਰਦੇ ਤੁਸੀਂ। ਜੇ ਕੋਈ ਕਾਰ ਗੱਡੀ ਮੋਟਰ ਮੰਗੇ ਤੇ ਅਸੀਂ ਕਹਿੰਦੇ ਜੀ ਇਹ ਕਿਉਂ ਮੰਗਦੇ। ਇੱਥੇ ਤੇ ਕੁਝ ਨਹੀਂ ਮਿਲਣਾ। ਇਹ ਗੱਲਾਂ ਚੱਲਦੀਆਂ ਹਨ, ਪਰ ਐਸਾ ਨਹੀਂ ਹੈ। ਗੁਰੂ ਦੇ ਘਰ ਗ੍ਰਹਿ ਤੇਰਾ ਸਭ ਕਹੇ, ਸੱਜਣਾ ਤੂੰ ਮੀਤ ਮੇਰਾ। ਹੈ ਮੇਰੇ ਮਾਲਕ, ਤੂੰ ਮੇਰਾ ਮਿੱਤਰ ਹੈ, ਅਸਲ ਸੱਜਣਾ ਹੈ, ਤੇ ਤੇਰੇ ਘਰ ਸਭ ਕੁਝ ਹੈ। ਗੁਰਸਿੱਖ ਨੇ ਤੇਰੇ ਕੋਲੋਂ ਹੀ ਮਾਨ ਮੰਗਾਂ, ਤਾਨ ਮੰਗਾਂ, ਧਨ ਲక్ష్ਮੀ ਸੁੱਤ ਦੇ। ਤੇਰੇ ਕੋਲੋਂ ਮਾਨ ਵੀ ਮੰਗਣਾ, ਤਾਨ ਵੀ ਮੰਗਣਾ, ਧਨ ਵੀ ਮੰਗਣਾ, ਲక్ష్ਮੀ ਮੰਗਣੀ, ਤੇ ਧੀਆਂ ਪੁੱਤ ਵੀ ਤੇਰੇ ਕੋਲ ਹੀ ਮੰਗਣੇ। ਇਹ ਮੰਗਣ ਲਈ ਕਿਸੇ ਹੋਰ ਦੇ ਬੂਹੇ ਤੇ ਥੋੜ੍ਹਾ ਜਾਣਾ, ਤੇਰੇ ਤੋਂ ਹੀ ਮੰਗਣੇ। ਤੇ ਮੇਰੇ ਮਾਲਕ ਤੂੰ ਦੇਣਾ। ਜਿੱਥੇ ਇਹ ਸਭ ਕੁਝ ਤੂੰ ਆਪਣੇ ਸਿੱਖਾਂ ਨੂੰ ਦੇਣਾ, ਕਮੀ ਨਹੀਂ ਛੱਡਦਾ, ਉੱਥੇ ਹੈ ਮੇਰੇ ਮਾਲਕ ਜੋ ਸਭ ਤੋਂ ਵੱਡੀ ਦਾਤ ਹੈ, ਦਾਨਾ ਸਿਰ ਦਾਨ, ਨਾਮਦਾਨ ਵੀ ਹੈ ਮੇਰੇ ਮਾਲਕ ਮੇਰੀ ਝੋਲੀ 'ਚ ਪਾ ਦੇ। ਇਹ ਨਹੀਂ ਕਿ ਹੋਰ ਕੁਝ ਨਹੀਂ ਮੰਗਣਾ। ਮੰਗੋ, ਦੱਦਾ ਦਾਤਾ ਏਕ ਹੈ, ਦੇਣ ਵਾਲਾ ਹੈ, ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਇਓ। ਦੇਣ ਵਾਲਾ ਦੇ ਹੀ ਜਾਂਦਾ ਤੇ ਲੈਣ ਵਾਲਿਆਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਤੇ ਲੈਣ ਵਾਲੇ ਥੱਕ ਜਾਂਦੇ ਆ। ਜਿੱਥੇ ਦੁਨੀਆ ਦੀਆਂ ਵਸਤੂਆਂ ਮੰਗ ਰਹੇ ਹੋ, ਉੱਥੇ ਸਾਧ ਸੰਗਤ ਮਹਾਰਾਜ ਕਹਿੰਦੇ ਮੰਗੋ ਦਾਨ ਠਾਕੁਰ ਨਾਮ। ਮੈਂ ਤਾਂ ਨਾਮ ਦੀ ਦਾਤ ਮੰਗਦਾ। ਕੀ ਤੋਂ? ਠਾਕੁਰ ਦੇ ਕੋਲੋਂ। ਠਾਕੁਰ ਕੌਣ? ਪਰਮੇਸ਼ਰ ਵਾਹਿਗੁਰੂ। ਠੱਠਾ ਠਹਿਰਾਉਣ ਵਾਲਾ, ਕੱਕਾ ਕਰਤਾ, ਰਾਰਾ ਰੁਦਰਾ, ਜੋ ਬੰਦਿਆਂ ਨੂੰ ਬਣਾਉਂਦਾ ਹੈ, ਪਾਲਦਾ ਹੈ, ਔਰ ਜੋ ਅੰਤੋਂ ਹੀ ਸੰਘਾਰ ਕਰਦਾ ਹੈ, ਉਹ ਹੈ ਠਾਕੁਰ। ਉਹਦੇ ਕੋਲੋਂ ਮੈਂ ਨਾਮ ਦੀ ਦਾਤ ਮੰਗਦਾ। ਮਹਾਰਾਜ ਕਹਿੰਦੇ ਕਦੇ ਪੜ੍ਹੋ ਆਪਣਾ ਇਤਿਹਾਸ। ਧੰਨ ਧੰਨ ਬਹਾਦਰ ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸੀਨੇ ਨਾਲ ਲਾਇਆ ਤੇ ਬਚਨ ਕੀਤਾ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਤੇ ਜਿਸ ਵੇਲੇ
ਸ਼ਾਹਜਹਾਂ ਬਾਦਸ਼ਾਹ ਨੇ ਉਹਦੀਆਂ ਫੌਜਾਂ ਨੇ ਗੁਰੂ ਕੇ ਘੋੜੇ ਖੋਹ ਲਏ ਸਨ ਸੰਗਤਾਂ ਦੇ ਕੋਲੋਂ, ਆਉਂਦੀਆਂ ਸੰਗਤਾਂ ਕੋਲੋਂ। ਗੁਲਬਾਗ ਅਤੇ ਦਿਲਬਾਗ ਭਾਈ ਬਿਧੀ ਚੰਦ ਜੀ ਉਹ ਘੋੜਿਆਂ ਨੂੰ ਵਾਪਸ ਲਿਆਏ ਬੜੇ ਤਰੀਕੇ ਨਾਲ। ਇੱਕ ਵਾਰ ਤੇ ਕਾਹੀ ਬਣ ਕੇ ਗਏ, ਦੂਜੀ ਵਾਰ ਨਜੂਮੀਏ ਬਣ ਕੇ ਗਏ। ਗੁਰੂ ਕੇ ਘੋੜੇ ਨੂੰ ਘੋੜਾ ਮਿਲਾ ਦਿੱਤਾ। ਅਤੇ ਜਿਸ ਵੇਲੇ ਗੁਰੂ ਜੀ ਖੁਸ਼ ਹੋਏ ਨਾ ਜੀ, ਧਿਆਨ ਦੇਣ ਵਾਲੀ ਗੱਲ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋਏ, ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਬਿਧੀ ਚੰਦ ਖੁਸ਼ ਕੀਤਾ ਹੀ ਪੁੱਤਰਾ, ਮੰਗ ਕੀ ਮੰਗਦਾ? ਕੀ ਮੰਗਦਾ? ਜੋ ਮੰਗੇਗਾ ਤੈਨੂੰ ਦੇ ਦਿਆਂਗਾ। ਅਤੇ ਭਾਈ ਬਿਧੀ ਚੰਦ ਨੇ ਆਖਿਆ, ਮਹਾਰਾਜ ਤੁਹਾਡਾ ਦਿੱਤਾ ਹੀ ਸਭ ਕੁਝ ਹੈ, ਜੇ ਤਰੁੱਠੇ ਹੋ ਹੇ ਮਿਹਰਬਾਨ ਪਾਤਸ਼ਾਹ ਤਾਂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਦਾਤ ਦਿਓ ਕਿ ਨਾਮ ਕਾ ਰੰਗ। ਦੇਖੋ ਪਹਿਲੀ ਦਾਤ ਨਾਮ ਕਾ ਰੰਗ, ਦੂਜਾ ਸਾਧ ਕਾ ਸੰਗ, ਤੀਜਾ ਨਿਸ਼ਚਾ ਅਭੰਗ। ਮੈਨੂੰ ਨਾਮ ਦਾ ਰੰਗ ਬਖਸ਼ੋ, ਨਾਮ ਨਾਲ ਪ੍ਰੇਮ ਪਵੇ ਮੇਰਾ, ਨਾਮ ਜਪਾਂ, ਅਤੇ ਸਾਧੂ ਦੀ ਸੰਗਤ ਕਦੇ ਨਾ ਛੱਡਾਂ, ਗੁਰਸਿੱਖਾਂ ਦੀ ਸੰਗਤ ਕਦੇ ਨਾ ਛੱਡਾਂ, ਅਤੇ ਨਿਸ਼ਚਾ ਅਭੰਗ, ਮੇਰਾ ਨਿਸ਼ਚਾ ਕਦੇ ਮੇਰੇ ਮਾਲਕ ਤੇਰੇ ਤੋਂ ਡੋਲੇ ਨਾ, ਇਹ ਮੈਨੂੰ ਦਾਤ ਦੇ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰਕੇ ਦਾਤਾਂ ਦਿੱਤੀਆਂ ਵੀ ਹੈ ਸਾਧ ਸੰਗਤ। ਅੱਜ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਕੁਝ ਦਿੰਦੇ ਹਾਂ, ਦੇਣਾ ਵੀ ਚਾਹੀਦਾ ਹੈ, ਮਾਪਿਆਂ ਦਾ ਫਰਜ਼ ਹੈ। ਨੀਤੀ ਕਰਤਾ ਤਾਂ ਇਹ ਕਹਿੰਦਾ ਕਿ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਉਹਨਾਂ ਨੂੰ ਚੰਗੀ ਐਜੂਕੇਸ਼ਨ, ਚੰਗੀ ਪੜ੍ਹਾਈ ਦੇਣੀ। ਕਵੀ ਸੈਨਾਪਤ ਇਹ ਗੱਲ ਲਿਖਦੇ ਆ, ਮਾਤਾ ਪਿਤਾ ਸੋ ਸਤਰ ਹੈ, ਪੁੱਤਰ ਪੜ੍ਹਾਵਤ ਨਾਹੇ, ਸ਼ੋਭ ਨਾ ਪਾਵਤ ਸਭਾ ਮੈਂ, ਜਿਉਂ ਬਗ ਹੰਸਨ ਮਾਹੇ। ਕਹਿੰਦੇ ਮਾਤਾ ਪਿਤਾ ਉਹ ਸ਼ਤਰੂ ਹੈ, ਦੁਸ਼ਮਣ ਹੈ, ਜਿਹੜਾ ਆਪਣੇ ਬੱਚੇ ਦੇ ਲਈ ਉਹਨੂੰ ਚੰਗਾ ਗਿਆਨ ਨਹੀਂ ਦਿੰਦਾ, ਉਹਨੂੰ ਚੰਗੀ ਐਜੂਕੇਸ਼ਨ ਨਹੀਂ ਦਿੰਦਾ, ਜਿਹੜਾ ਉਹਨੂੰ ਚੰਗੀ ਪੜ੍ਹਾਈ, ਉਹਨੂੰ ਚੰਗੀ ਪਰਵਰਿਸ਼ ਨਹੀਂ ਦਿੰਦਾ। ਕਿਉਂ? ਕਿਉਂਕਿ ਜਦੋਂ ਕਦੇ ਵੱਡਾ ਹੁੰਦਾ ਨਾ, ਅਤੇ ਜਿਵੇਂ ਹੰਸਾਂ ਦੇ ਵਿੱਚ ਬਗਲੇ ਦੀ ਕੀਮਤ ਨਹੀਂ ਪੈਂਦੀ, ਇਉਂ ਹੀ ਉਹ ਇਨਸਾਨ ਬਾਅਦ ਵਿੱਚ ਨੀਵੀਂ ਪਾ ਕੇ ਬਹਿੰਦਾ ਹੈ, ਕਿਉਂਕਿ ਇੱਕ ਚੰਗੀ ਪਰਵਰਿਸ਼, ਚੰਗੀ ਵਿੱਦਿਆ ਤੋਂ ਬਿਨਾਂ। ਮਾਪੇ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਹੈ, ਜਤਾਉਂਦੇ ਵੀ ਨਹੀਂ। ਧੀਆਂ ਦਾ ਜਦ ਵਿਆਹ ਹੁੰਦਾ ਹੈ, ਮਾਪੇ ਆਪਣੀ ਜਾਨ ਅੱਗੇ ਰੱਖ ਦਿੰਦੇ ਆ, ਬਹੁਤ ਕੁਝ ਦਿੰਦੇ ਆ। ਪਰ ਸਾਧ ਸੰਗਤ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ, ਇੱਕ ਧੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਪਣੇ ਪਿਓ ਤੋਂ ਮੰਗਦੀ ਹੈ, ਮੈਨੂੰ ਦਾਜ ਦੇ, ਪਰ ਦੁਨਿਆਵੀ ਦਾਜ ਨਹੀਂ, ਵੀ ਮੈਨੂੰ ਵੱਡੀ ਅਲਮਾਰੀ ਦੇ ਦੇ, ਮੈਨੂੰ ਵੱਡੀ ਗੱਡੀ ਦੇ ਦੇ, ਮੈਨੂੰ ਵੱਡਾ ਬੈੱਡ ਦੇ ਦੇ, ਮੈਨੂੰ ਘਰ ਦੇ ਦੇ, ਨਾ, ਇਹ ਚੀਜ਼ਾਂ ਨੇ ਮੇਰੇ ਨਾਲ ਨਹੀਂ ਨਿਭਣਾ। ਫਿਰ ਕੀ? ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਹੇ ਮੇਰੇ ਪਿਤਾ, ਜੇ ਤੂੰ ਮੈਨੂੰ ਦਾਨ ਵਿੱਚ ਕੁਝ ਦੇਣਾ ਚਾਹੁੰਦਾ, ਦਾਜ ਦੇਣਾ ਚਾਹੁੰਦਾ ਨਾ, ਤਾਂ ਫਿਰ ਮੈਨੂੰ ਪਰਮੇਸ਼ਰ ਦੀ ਸਿਫਤ ਦੇ ਦੇ, ਪਰਮੇਸ਼ਰ ਦੀ ਸ਼ੋਭਾ ਦੇ ਦੇ, ਅਤੇ ਇਹ ਦਾਜ ਮੈਨੂੰ ਦੇ ਦੇ, ਦਾਨ ਮੈਨੂੰ ਦੇ ਦੇ, ਇਹਨੇ ਮੇਰਾ ਲੋਕ ਪਰਲੋਕ ਸਵਾਰ ਦੇਣਾ। ਅਤੇ ਆ ਦੁਨਿਆਵੀ ਦਾਨ ਜਿਹੜਾ ਕੱਚਾ ਪਿੱਚਾ ਲੋਕੀ ਰੱਖ ਕੇ ਵਿਖਾਉਂਦੇ ਆ ਨਾ, ਇਹ ਸਾਰਾ ਕੂੜ ਅਹੰਕਾਰ ਕੱਚ ਪਾਜੋ ਆਖਿਆ ਮਹਾਰਾਜ ਨੇ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਭ ਤੋਂ ਵੱਡਾ ਦਾਨ ਗੁਰਸਿੱਖੋਂ ਮੰਗਣ ਲਈ ਆਖਿਆ, ਆਪ ਵੀ ਮੰਗਿਆ, ਆਪ ਵੀ ਮੰਗ ਰਹੇ ਆ ਗੁਰੂ ਅਰਜਨ ਦੇਵ ਮਹਾਰਾਜ। ਔਰ ਇਹਦੀਆਂ ਬੜੀਆਂ ਸੁਖਮਨੀ ਸਾਹਿਬ ਪੜ੍ਹਦੇ ਆ ਤੁਸੀਂ, ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬੁਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਕਿਨਕਾ ਮਾਤਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਜਿਹਦੇ ਹਿਰਦੇ ਵਿੱਚ ਇੱਕ ਕਿਣਕਾ ਮਾਤਰ ਨਾਮ ਵਸ ਗਿਆ, ਉਹਦੀ ਮਹਿਮਾ ਗੁਰਮੁਖੋ ਗੁਰਸਿੱਖੋ ਕਹੀ ਨਹੀਂ ਜਾ ਸਕਦੀ। ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਾਬਾ ਜੀ ਬਾਣੀ ਵਿੱਚ ਕਹਿੰਦੇ ਆ, ਕਬੀਰ ਹਰ ਸੋ ਹੀਰਾ ਛਾੜ ਕੇ,
ਕਰੈ ਆਨ ਕੀ ਆਸ, ਤੇ ਨਰ ਦੋਜਖ ਜਾਹੇਂਗੇ ਸਤ ਭਾਖੈ ਰਵਿਦਾਸ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਬਾਬਾ ਫਰੀਦ ਜੀ ਕਹਿੰਦੇ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦਗੀ ਕੁਨ ਬੰਦਗੀ। ਭਾਈ ਨੰਦ ਲਾਲ ਜੀ ਕਹਿੰਦੇ ਮੈਨੂੰ ਬੰਦਗੀ ਉਹ ਚਾਹੀਦੀ ਹੈ, ਬੰਦਗੀ ਉਹ ਚਾਹੀਦੀ ਹੈ। ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਤੇਰੇ ਘਰੋਂ ਤੇਰੇ ਦਰੋਂ ਹੇ ਮੇਰੇ ਮਾਲਕ ਨਾਮ ਦੀ ਦਾਤ ਮੰਗਦਾ ਹਾਂ, ਬੰਦਗੀ ਦੀ ਦਾਤ ਮੰਗਦਾ ਹਾਂ। ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਨਾਮ ਬਿਨਾ ਹੋਰ ਕੋਈ ਵੀ ਸ਼ੈ, ਕੋਈ ਵੀ ਵਸਤੂ, ਕੋਈ ਵੀ ਚੀਜ਼ ਨਾਲ ਨਹੀਂ ਨਿਭਦੀ। ਕੇਵਲ ਰੱਬ ਦੀ ਦਰਗਾਹ ਵਿੱਚ ਪਰਮੇਸ਼ਰ ਦਾ ਨਾਮ ਜਾਂਦਾ ਹੈ। ਉਹ ਤੋਂ ਬਿਨਾਂ ਦੁਨਿਆਵੀ ਚੀਜ਼ਾਂ, ਭੈਣ ਭਰਾ, ਦੇਵੀ ਦੇਵਤੇ ਤੱਕ ਵੀ ਨਾਲ ਨਹੀਂ ਜਾਂਦੇ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ ਜੀ, ਉਸ ਵੇਲੇ ਮਹਾਰਾਜ ਕਹਿੰਦੇ ਜਦੋਂ ਮੈਨੂੰ ਪਰਮੇਸ਼ਰ ਨੇ ਇਸ ਧਰਤੀ ਉੱਤੇ ਭੇਜਿਆ ਤੇ ਮੈਂ ਪਰਮੇਸ਼ਰ ਨੂੰ ਆਖਿਆ ਕਿ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰੀ, ਮੈਂ ਤੇਰੇ ਤੋਂ ਇੱਕ ਚੀਜ਼ ਮੰਗਦਾ, ਉਹ ਇਹ ਹੈ ਕਿ ਤੂੰ ਮੇਰੇ ਨਾਲ ਹੋਣਾ ਚਾਹੀਦਾ, ਤੇਰੀ ਸਹਾਇਤਾ ਲੋੜਦਾ, ਮੈਂ ਹੋਰ ਨਹੀਂ ਕਿਸੇ ਨੂੰ ਮੰਗਦਾ। ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਊਂ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਊਂ, ਕਾਨ ਸੁਨੇ ਪਹਿਚਾਨ ਨਾ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਤੇਰੇ ਨਾਮ ਨਾਲ, ਤੇਰੇ ਚਰਨਾਂ ਨਾਲ ਮੇਰੀ ਲਿਵ ਲੱਗੀ ਹੈ ਤੇ ਮੈਂ ਹੋਰ ਕੁਝ ਨਹੀਂ ਲੋੜਦਾ। ਮੈਨੂੰ ਕਿਸੇ ਦੇਵੀ ਦੇਵਤੇ, ਦੁਨੀਆ ਦੇ ਕਿਸੇ ਪਦਾਰਥ ਦੀ ਲੋੜ ਨਹੀਂ, ਕਿਉਂਕਿ ਜਿਸ ਬੰਦੇ ਦੇ ਕੋਲ ਨਾਮ ਹੈ ਪਰਮੇਸ਼ਰ ਦਾ, ਉਹਦੇ ਕੋਲ ਦੁਨੀਆ ਦੀ ਕੋਈ ਸ਼ੈ ਨਾ ਹੋਵੇ, ਉਹ ਇਸ ਧਰਤੀ 'ਤੇ ਰਹਿ ਕੇ ਵੀ ਅਰਸ਼ੀ ਸੁਖ ਮਾਣਦਾ ਹੈ। ਜ਼ਫਰਨਾਮਾ ਸਾਹਿਬ ਵਿੱਚ ਗੁਰੂ ਕਲਗੀਧਰ ਨੇ ਔਰੰਗਜ਼ੇਬ ਨੂੰ ਲਿਖਿਆ ਹੀ ਹੈ ਨਾ, ਔਰੰਗਜ਼ੇਬ ਜਿਸ ਬੰਦੇ ਕੋਲ ਨਾ ਤਾਜ ਹੈ, ਨਾ ਬਾਜ ਹੈ, ਨਾ ਫੌਜ ਹੈ, ਨਾ ਫਰਸ਼ ਹੈ, ਕੋਈ ਗੱਲ ਨਹੀਂ, ਪਰ ਜੇ ਉਹਦੇ ਕੋਲ ਪ੍ਰਭੂ ਦਾ ਨਾਮ, ਉਹਦੀ ਬੰਦਗੀ ਹੈ ਨਾ, ਤੇ ਉਹ ਬੰਦੇ ਕੋਲ ਦੁਨੀਆ ਦੇ ਕੀ ਸਵਰਗ ਦੇ ਸਾਰੇ ਸੁੱਖ ਨੇ। ਲਿਖਿਆ ਹੈ ਬਚਨ ਹਨ ਨਾ ਤਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਬੰਦ ਬਖਸ਼ਿੰਦੋ ਐਸ਼ ਅਰਸ਼। ਇਹ ਗੁਰੂ ਕਲਗੀਧਰ ਦੇ ਵਚਨ ਹਨ। ਕਹਿੰਦੇ ਅਵਰ ਕਛੂ ਹੋਰ ਕੋਈ ਵੀ ਚੀਜ਼ ਮੇਰੇ ਸੰਗ ਨਾ ਚਾਲੈ, ਮੇਰੇ ਨਾਲ ਨਹੀਂ ਜਾ ਸਕਦੀ। ਜੇ ਜਾਂਦੀ ਹੋਵੇ ਤੇ ਲੈ ਜਾਈਏ। ਗੁਰੂ ਨਾਨਕ ਦੇਵ ਮਹਾਰਾਜ ਨੇ ਸੇਠ ਇੱਕ ਦੁਨੀ ਚੰਦ ਨਾਂ ਦਾ ਇਤਿਹਾਸ ਵਿੱਚ ਆਉਂਦਾ ਹੈ ਪਾਤਰ, ਇੱਕ ਹੋਰ ਰਾਜੇ ਦਾ ਵੀ ਜ਼ਿਕਰ ਆਉਂਦਾ ਪੁਰਾਤਨ ਜਨਮ ਸਾਖੀਆਂ ਵਿੱਚ। ਇੱਕ ਸੂਈ ਮਹਾਰਾਜ ਨੇ ਦਿੱਤੀ ਜੀ, ਤੁਸੀਂ ਸਾਰਿਆਂ ਸਾਖੀ ਸੁਣੀ, ਮੈਂ ਸਾਖੀ ਵਿੱਚ ਨਹੀਂ ਜਾਵਾਂਗਾ। ਗੁਰੂ ਮਹਾਰਾਜ ਕਹਿੰਦੇ ਬਾਕੀ ਜੋ ਦੁਨੀਆ ਦੀ ਚੀਜ਼ ਮੰਗਣੀ ਲੈ ਲੈ, ਪਰ ਇੱਕ ਸਾਡੇ ਨਾਲ ਵਚਨ ਕਰ, ਆ ਸੂਈ ਲੈ ਲੈ, ਤੇ ਇਹ ਸੂਈ ਜਿਸ ਦਿਨ ਰੱਬ ਦੀ ਦਰਗਾਹ ਵਿੱਚ ਪਹੁੰਚਾਂਗੇ ਉਸ ਦਿਨ ਇਹ ਸਾਡੀ ਸੂਈ ਸਾਨੂੰ ਵਾਪਸ ਕਰ ਦੇਈਂ, ਤੇ ਬਾਕੀ ਦੁਨੀਆ 'ਚ ਜੋ ਮਰਜ਼ੀ ਲੈ ਲੈ। ਤੇ ਘਰ ਜਾ ਕੇ ਸੋਚਿਆ ਤੇ ਹੱਥ ਜੋੜ ਕੇ ਵਾਪਸ ਕਰ ਗਿਆ, ਪਾਤਸ਼ਾਹ ਸੂਈ ਨਾਲ ਨਹੀਂ ਜੇ ਜਾਣੀ। ਸਤਿਗੁਰੂ ਜੀ ਕਹਿੰਦੇ ਫਿਰ ਜੇ ਸੂਈ ਨਾਲ ਨਹੀਂ ਜਾਣੀ, ਫਿਰ ਕੌਡੀ ਕੌਡੀ ਜੋੜ ਤੇ ਜੋੜੇ ਲੱਖ ਕਰੋੜ, ਇਹ ਜਿਹੜੇ ਲੱਖਾਂ ਤੇ ਕਰੋੜਾਂ ਇਕੱਠੇ ਕਰੀ ਜਾਂਦਾ, ਇਹ ਕਿੱਦਾਂ ਲੈ ਜਾਏਗਾ ਨਾਲ? ਛਾਤੀ 'ਤੇ ਰੱਖ ਕੇ ਲੈ ਜਾਏਗਾ। ਦੁਨੀਆ ਸਿਕੰਦਰ ਨੂੰ ਜਾਣਦੀ ਹੈ, ਲੋਕੀ ਉਹਨੂੰ ਸਿਕੰਦਰ ਮਹਾਨ ਕਹਿੰਦੇ ਆ, ਪਰ ਪਤਾ ਨਹੀਂ ਉਹਦੀ ਕਿਹੜੀ ਮਹਾਨਤਾ ਹੈ। ਪਰ ਇੱਕ ਉਹਦੀ ਮਹਾਨਤਾ ਜ਼ਰੂਰ ਹੈ, ਜਿਸ ਵੇਲੇ ਮਰਿਆ, ਮਰਨ ਲੱਗਿਆ ਆਪਣੀ ਵਸੀਅਤ ਕਰਕੇ ਗਿਆ, ਔਰ ਆਪਣੇ ਵਜ਼ੀਰਾਂ ਨੂੰ ਇਹ ਗੱਲ ਜ਼ਰੂਰ ਕਹਿ ਕੇ ਗਿਆ ਸੀ, ਜਦੋਂ ਮੇਰਾ ਜਨਾਜ਼ਾ ਚੁੱਕਿਆ ਜਾਵੇ, ਮੇਰੇ ਹੱਥ ਮੇਰੇ ਜਨਾਜ਼ੇ ਤੋਂ ਬਾਹਰ ਲਮਕਦੇ ਹੋਣ, ਤੇ ਮੇਰਾ ਸੋਨਾ ਚਾਂਦੀ ਘੋੜੇ ਹੀਰੇ ਜਵਾਹਰਾਤ ਫੌਜ ਦੋਵੇਂ ਪਾਸਿਆਂ 'ਤੇ ਖੜੀ ਹੋਵੇ, ਤੇ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੀ ਸਮਝ ਪੈ ਜਾਵੇ ਕਿ ਉਹ ਦੁਨੀਆ ਦੇ ਲੋਗੋ ਐਡੀ ਵੱਡੀ ਸੈਨਾ ਦਾ ਮਾਲਕ, ਇੰਨੇ ਘੋੜੇ ਹਾਥੀਆਂ ਦਾ ਮਾਲਕ ਸਿਕੰਦਰ ਅੱਜ ਇਸ ਜਹਾਨ ਤੋਂ ਖਾਲੀ ਚੱਲਿਆ, ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ। ਮਹਾਰਾਜ ਕਹਿੰਦੇ ਅਵਰ ਕਛੂ ਮੇਰਾ ਸੰਗ ਨਾ ਚਾਲੈ, ਹੋਰ ਮੇਰੇ ਨਾਲ ਨਹੀਂ ਜਾਣਾ। ਫਿਰ ਕੀ ਨਾਲ ਜਾਊ? ਕਹਿੰਦੇ ਮਿਲੈ ਕਿਰਪਾ ਗੁਣ ਗਾਮ, ਮੇਰੇ 'ਤੇ ਕਿਰਪਾ ਕਰ, ਮੈਨੂੰ ਉਹ ਚੀਜ਼ ਦੇ ਦੇ, ਮੈਂ ਪਰਮੇਸ਼ਰ ਦੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਤੇਰੀ ਇਬਾਦਤ, ਇਹ ਮੈਨੂੰ ਦੇ ਦੇ, ਹੋਰ ਕੋਈ ਚੀਜ਼ ਮੈਨੂੰ ਚਾਹੀਦੀ ਨਹੀਂ ਮਹਾਰਾਜ, ਇਹੀ ਮੈਂ ਚਾਹੁੰਦਾ ਹਾਂ।
ਇਹ ਤੋਂ ਵੱਡੀ ਹੋਰ ਭਾਈ ਵੀਰ ਸਿੰਘ ਦਾ ਨਾਮ ਕੌਣ ਨਹੀਂ ਜਾਣਦਾ। ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਭਗਵੇਂ ਕੱਪੜੇ ਪਾ ਕੇ ਰੱਖਦੇ ਸਨ, ਫਿਰ ਭਾਈ ਸਾਹਿਬ ਦੀ ਸੰਗਤ ਵਿੱਚ ਆ ਗਏ। ਉਹਨੂੰ ਆਖਿਆ ਨਹੀਂ ਕਿ ਅੰਮ੍ਰਿਤ ਛਕ ਲੈ, ਕਹਿੰਦੇ ਜਦੋਂ ਇਹਦਾ ਦਿਲ ਕਰੂਗਾ ਨਾ ਉਦੋਂ ਇੱਧਰ ਨੂੰ ਲਾਵਾਂਗੇ। ਸੰਗਤ ਕਰਦਾ ਰਿਹਾ ਕਰਦੇ ਰਹੇ। ਆਖਰ ਜਦੋਂ ਅੰਦਰ ਖਿੱਚ ਪੈਦਾ ਹੋਈ ਨਾਮ ਦੀ, ਜਦੋਂ ਅੰਦਰ ਤੜਫ ਪੈਦਾ ਹੋਈ, ਫਿਰ ਉਹਨਾਂ ਦੇ ਘਰ ਵਿਹੜੇ ਵਿੱਚ ਧਰਤੀ 'ਤੇ ਲੇਟ ਕੇ, ਫਰਸ਼ ਦੇ ਉੱਤੇ ਲੇਟ ਕੇ ਲੀਲਣਾ ਕੱਢਦੇ ਹੋਏ ਬਾਬਲ ਕਹਿੰਦੇ ਸਨ ਭਾਈ ਵੀਰ ਸਿੰਘ ਨੂੰ, ਕਹਿੰਦੇ ਬਾਬਲ ਬੇਟੀ ਸੋਈ ਸੋਈ ਜਾਗਦੀ, ਆਪਣੇ ਬਾਬਲ ਪਾਛੋਂ ਕੁਝ ਮੰਗਦੀ। ਉਹ ਮੇਰਾ ਡਾਢਾ ਜੀਓ ਤਾਵਲਾ, ਮੇਰਾ ਕਾਜ ਰਚਾ ਦੇ ਓਏ ਬਾਬਲਾ। ਮੈਂ ਮੰਗਦੀ ਪਈ ਹਾਂ, ਮੇਰਾ ਦਿਲ ਅੰਦਰੋਂ ਖਿੱਚ ਵਿੱਚ ਪਿਆ, ਮੇਰੇ ਉੱਤੇ ਕਿਰਪਾ ਕਰਦੇ, ਮੇਰੀ ਵੀ ਗੰਢ ਬੰਨ੍ਹ ਦੇ। ਜੇ ਮੈਨੂੰ ਸਮਝ ਹੋਵੇ, ਜੇ ਜਾਣਾ ਤਿਲ ਥੋੜੜੇ ਤਾਂ ਸੰਮਲ ਬੁੱਕ ਭਰੀ, ਜੇ ਜਾਣਾ ਸੌ ਨਟੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿਜਣਾ ਤਾਂ ਪੀੜੀ ਪਾਈ ਗੰਢ, ਤੈਂ ਜੇਵੜ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਟ। ਬਾਬਾ ਫਰੀਦ ਸਾਹਿਬ ਉਹ ਕਹਿੰਦੇ ਮੇਰੀ ਵੀ ਗੰਢ ਬੰਨ੍ਹ ਲੈ, ਮੇਰਾ ਵੀ ਕਾਜ ਰਚਾ ਦੇ। ਕਿਉਂ ਮਹਾਰਾਜ ਇੱਥੇ ਬੇਨਤੀ ਕਰਨ ਦੀ ਜਾਚ ਸਿਖਾਲ ਰਹੇ ਆ, ਹੇ ਮਹਾਰਾਜ ਮੇਰੇ ਅੱਗੇ ਪਿੱਛੇ ਕੋਈ ਵੀ ਚੀਜ਼ ਮੇਰੇ ਨਾਲ ਨਹੀਂ ਜੇ ਜਾਣੀ, ਨਾਮ ਬਿਨਾਂ ਮੇਰੇ ਉੱਤੇ ਕਿਰਪਾ ਕਰੋ। ਹੇ ਵਾਹਿਗੁਰੂ ਮੈਂ ਤੇਰੇ ਗੁਣ ਗਾਵਾਂ, ਮੈਨੂੰ ਵਾਹਿਗੁਰੂ ਤੇਰਾ ਨਾਮ ਦੇ ਦੇ, ਮੈਂ ਤੇਰੇ ਗੁਣ ਗਾਵਾਂ ਜੀ। ਰਹਾਉ ਵਿਸ਼ਰਾਮ ਦੇ ਕੇ ਸਮਝਾ ਰਹੇ ਆ ਸਤਿਗੁਰੂ ਜੀ। ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ। ਦੇਖੋ ਸਾਧ ਸੰਗਤ, ਮਹਾਰਾਜ ਨੇ ਉਹਨਾਂ ਚੀਜ਼ਾਂ ਦਾ ਇੱਥੇ ਜ਼ਿਕਰ ਕੀਤਾ ਹੈ ਜਿਹੜੀਆਂ ਬੰਦਿਆਂ ਦੇ ਸੁਪਨੇ ਹੁੰਦੇ ਆ। ਬੰਦਿਆਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਵੀ ਮੈਨੂੰ ਰਾਜ ਮਿਲ ਜਾਏ, ਕੀ ਕੁਝ ਨਹੀਂ ਲੋਕੀ ਕਰਦੇ। ਤੁਸੀਂ ਕਦੇ ਪਟਨਾ ਸਾਹਿਬ ਜਾਂਦੇ ਹੋ, ਗੁਰੂ ਕਲਗੀਧਰ ਦੇ ਬਚਨ ਹਨ, ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾਂ ਵਿਲੋਕਨ ਕੇਰੀ, ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਜਦੋਂ ਤਖਤ ਸਾਹਿਬ ਤੋਂ ਜਾਂਦੇ ਹੋ, ਦਰਸ਼ਨ ਕਰਕੇ ਫਾਰਗ ਹੋ ਜਾਂਦੇ ਹੋ ਨਾ ਕਿਤੇ, ਤੇ ਫਿਰ ਉੱਥੇ ਕਦੇ ਪੁੱਛ ਕੇ ਜਾਇਓ, ਪੁਲਾਂ ਜਾਂ ਦੇ ਲਾਗੇ ਉੱਥੇ ਮੰਦਰ ਦੇ ਕੋਲ ਇੱਕ ਖੂਹ ਹੈ, ਉਹ ਖੂਹ ਨੂੰ ਕਹਿੰਦੇ ਆ ਲਾਲ ਕੂਆ, ਹਿੰਦੀ 'ਚ ਕੂਆਂ ਕਹਿ ਦਿੰਦੇ, ਆਪਾਂ ਖੂਹ ਕਹਿੰਦੇ ਆ, ਲਾਲ ਖੂਹ। ਮੈਂ ਉਹਨੂੰ ਜਾ ਕੇ ਵੇਖਿਆ ਜੀ, ਉਹਦੀ ਹਿਸਟਰੀ ਪਤਾ ਕਿਉਂ ਹੈ, ਲਾਲ ਖੂਹ ਉਹਨੂੰ ਕਿਉਂ ਕਹਿੰਦੇ ਆ। ਅਸ਼ੋਕ ਸਮਰਾਟ ਰਾਜ ਤਖਤ 'ਤੇ ਬੈਠਣ ਤੋਂ ਪਹਿਲਾਂ ਉਹਨੇ ਆਪਣੇ ਘਰ ਦੇ 60-62 ਜੀ ਚਾਚਿਆਂ ਦੇ, ਮਾਮਿਆਂ ਦੇ, ਭੂਆ ਦੇ ਤੇ ਹੋਰ ਵੱਢ ਕੇ ਮਾਰ ਕੇ, ਜਿਹੜੇ ਰਾਜ ਦੇ ਵਿੱਚ ਉਹਦੇ ਦਖਲ ਅੰਦਾਜ਼ੀ ਕਰਦੇ ਸਨ, ਉਹਨੂੰ ਬੈਠਣ ਨਹੀਂ ਸੀ ਦਿੰਦੇ, ਉਹਨਾਂ ਨੂੰ ਵੱਢ ਕੇ ਖੂਹ 'ਚ ਸੁੱਟਿਆ ਤੇ ਖੂਹ ਦਾ ਪਾਣੀ ਲਾਲ ਹੋ ਗਿਆ। ਅੱਜ ਤੱਕ ਉਹ ਖੂਹ ਨੂੰ ਲਾਲ ਖੂਹ ਕਹਿੰਦੇ ਆ। ਤੇ ਆਖਰ ਜਦੋਂ ਉਹਨੂੰ ਸਮਝ ਲੱਗੀ ਵੀ ਕੁਛ ਨਹੀਂ ਤੇ ਛੱਡ ਬੈਠਾ ਨਾ, ਮਹਾਰਾਜ ਸਾਹਿਬ ਕਹਿੰਦੇ ਨੇ ਰਾਜ ਲਈ ਲੋਕੀ ਕੀ ਕੁਝ ਨਹੀਂ ਕਰਦੇ। ਔਰੰਗਜ਼ੇਬ ਕਿੱਡਾ ਵੱਡਾ ਸਾਡੇ ਇਤਿਹਾਸ ਵਿੱਚ ਉਹਦਾ ਜ਼ਿਕਰ ਆਉਂਦਾ ਹੈ। ਜਦੋਂ ਔਰੰਗਜ਼ੇਬ ਦਾ ਜ਼ਿਕਰ ਆਉਂਦਾ ਹੈ, ਅਸੀਂ ਕਹਿੰਦੇ ਹਾਂ ਕਿ ਜ਼ਾਲਮ ਰਾਜਾ, ਪਾਪੀ ਰਾਜਾ, ਅਧਰਮੀ ਰਾਜਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇੱਥੇ ਤੱਕ ਆਖਿਆ, ਤੈਨੂੰ ਤੇਰਾ ਨਾਮ ਹੀ ਨਹੀਂ ਫੱਬਦਾ, ਕਿਉਂਕਿ ਔਰੰਗਜ਼ੇਬ ਦਾ ਅਰਥ ਹੁੰਦਾ ਹੈ, ਔਰੰਗ ਅਰਬੀ ਭਾਸ਼ਾ ਵਿੱਚ ਕਹਿੰਦੇ ਆ ਤਖਤ ਨੂੰ, ਤੇ ਜੇਬ ਕਹਿੰਦੇ ਆ ਸ਼ਿੰਗਾਰ ਨੂੰ। ਤੇ ਮਹਾਰਾਜ ਕਹਿੰਦੇ ਤੂੰ ਤਖਤ ਦਾ ਸ਼ਿੰਗਾਰ ਹੈ। ਤਖਤਾਂ ਦੇ ਸ਼ਿੰਗਾਰ ਹੁੰਦੇ ਜਿਹੜੇ ਝੂਠੇ ਹੁੰਦੇ ਆ, ਬੇਈਮਾਨ ਹੁੰਦੇ ਆ। ਨਾ ਜ਼ੇਬਤ ਤੁਰਾ ਨਾਮੇ ਔਰੰਗਜ਼ੇਬ, ਕਿ ਔਰੰਗਜ਼ੇਬਾਂ ਨਿਆਇਦ ਫਰੇਬ। ਔਰੰਗਜ਼ੇਬ ਜਿਹੜੇ ਤਖਤਾਂ ਦੇ ਸ਼ਿੰਗਾਰ ਹੁੰਦੇ, ਉਹ ਫਰੇਬੀ ਹੁੰਦੇ ਆ, ਇਸ ਲਈ ਤੇਰੇ ਤੇ ਨਾਮ ਵੀ ਨਹੀਂ ਫੱਬਦਾ। ਉਹ ਔਰੰਗਜ਼ੇਬ ਕਿੱਡੀ ਵੱਡੀ ਸਲਤਨਤ ਦਾ ਮਾਲਕ, ਕਿੰਨੀ ਫੌਜ, ਕੀ ਕੁਝ ਉਹਦੇ ਕੋਲ ਸੀ। ਪਰ ਸਾਧ ਸੰਗਤ ਜਿਸ ਵੇਲੇ ਮਰਦਾ ਹੈ, ਵਸੀਅਤ ਕਰਦਾ ਹੈ, ਤੇ ਕਿਤੇ ਉਹ ਵਸੀਅਤ ਨੂੰ ਪੜ੍ਹੋ। ਉਹਦੇ ਕੁਝ ਅੰਸ਼ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਪੁਰਖ ਭਗਵੰਤ ਪੁਸਤਕ ਵਿੱਚ ਦਿੱਤੇ ਆ। ਉਹਦੇ ਵਿੱਚ ਉਹ ਲਿਖਦੇ ਆ ਕਿ ਔਰੰਗਜ਼ੇਬ ਮਰਨ ਲੱਗਿਆਂ ਵਸੀਅਤ ਵਿੱਚ ਲਿਖਦਾ ਹੈ, ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਸੀ ਉਹਦੇ ਕੋਲ, ਸੋਨੇ ਦੇ ਤਖਤਾਂ 'ਤੇ ਬਹਿੰਦਾ ਸੀ।
ਫੌਜ ਬੜੀ ਸੀ, ਸਭ ਕੁਝ ਸੀ ਉਹਦੇ ਕੋਲ, ਪਰ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਧ ਸੰਗਤ ਜੀ ਉਹ ਇਹ ਲਿਖਦਾ, ਹੈ ਪ੍ਰਮਾਤਮਾ, ਹੈ ਖੁਦਾਵੰਦ ਕਰੀਮ, ਮੈਂ ਤੇਰੇ ਅੱਗੇ ਦੁਆ ਕਰਦਾ ਕਿ ਦੁਨੀਆ 'ਚ ਕਿਸੇ ਬੰਦੇ ਨੂੰ ਰਾਜਾ ਨਾ ਬਣਾਈ। ਦੱਸੋ ਜੀ, ਕਮੀ ਸੀ ਉਹਦੇ ਕੋਲ? ਤੇ ਰਾਜਾ ਬਣਾ ਦੇ ਵੀ ਮੇਰੇ ਵਰਗਾ ਨਾ ਬਣਾਈ। ਤੇ ਮਹਾਰਾਜ ਸਾਹਿਬ ਕਹਿੰਦੇ ਰਾਜ, ਕਿੱਡਾ ਵੱਡਾ ਰਾਜ ਹੋਵੇ, ਜੋ ਮਰਜ਼ੀ ਹੋਵੇ। ਮਾਲ ਕਹਿੰਦੇ ਧਨ ਦੌਲਤ ਨੂੰ, ਕਿੰਨੀ ਮਰਜ਼ੀ ਧਨ ਹੋਵੇ, ਅੰਬਾਰ ਲੱਗੇ ਹੋਣ, ਢੇਰਾਂ ਦੇ ਢੇਰ ਲੱਗੇ ਹੋਣ, ਅਨੇਕ ਭੋਗ ਰਸ, ਅਨੇਕਾਂ ਤਰ੍ਹਾਂ ਦੇ ਭੋਗ ਪਦਾਰਥ ਹੋਣ, ਉਹਨਾਂ ਦੇ ਰਸ ਮਾਣ ਦਾ ਹੋਵੇ। ਕਈ ਬੰਦਿਆਂ ਕੋਲ ਭੋਗ ਹੁੰਦੇ ਪਰ ਰਸ ਮਾਣ ਨਹੀਂ ਸਕਦੇ ਜੀ। ਕਈ ਬੰਦੇ ਸ਼ੂਗਰ ਮਿਲ ਦੇ ਮਾਲਕ ਹੁੰਦੇ, ਡਾਕਟਰ ਕਹਿੰਦੇ ਇੰਨੀ ਕੁ ਨਾ ਖਾ ਲਈ ਮਰ ਜਾਏਗਾ, ਸ਼ੂਗਰ ਹੁੰਦੀ ਆ। ਪਰ ਕਈ ਬੰਦਿਆਂ 'ਚ ਉਹਨੂੰ ਭੋਗਣ ਦੀ ਤਾਕਤ ਵੀ ਹੋਵੇ, ਇੰਨਾ ਕੁਝ ਹੋਵੇ ਵੀ। ਮਹਾਰਾਜ ਕਹਿੰਦੇ ਸਗਲ ਤਰਵਰ ਕੀ ਸ਼ਾਮ, ਇਹ ਸਾਰੀਆਂ ਚੀਜ਼ਾਂ ਥੋੜ੍ਹੇ ਚਿਰ ਵਾਸਤੇ ਹੈ। ਜਿਵੇਂ ਤਰਵਰ ਕਹਿੰਦੇ ਬ੍ਰਿਕਸ਼ ਨੂੰ, ਰੁੱਖ ਨੂੰ, ਕਹਿੰਦੇ ਰੁੱਖ ਦੀ ਛਾਂ ਆਮ ਹਾਲਾਤਾਂ ਵਿੱਚ ਥਿਰ ਨਹੀਂ ਰਹਿੰਦੀ, ਬਦਲ ਜਾਂਦੀ। ਆਮ ਹਾਲਾਤ ਮੈਂ ਤਾਂ ਵਰਤਿਆ, ਖਾਸ ਹਾਲਾਤਾਂ 'ਚ ਜਦੋਂ ਗੁਰੂ ਨਾਨਕ ਦੇਵ ਉਹਦੇ ਥੱਲੇ ਲੇਟੇ ਹੋਣ ਤੇ ਰੁੱਖ ਦੀਆਂ ਛਾਵਾਂ ਵੀ ਰੁਕ ਜਾਂਦੀਆਂ। ਪਰ ਆਮ ਹਾਲਾਤਾਂ ਵਿੱਚ ਰੁੱਖਾਂ ਦੀਆਂ ਛਾਵਾਂ ਨੇ ਜਿਹੜੀਆਂ, ਉਹ ਸਦਾ ਥਿਰ ਨਹੀਂ ਰਹਿੰਦੀਆਂ। ਸਤਿਗੁਰੂ ਮਹਾਰਾਜ ਕਹਿੰਦੇ ਜ਼ਿੰਦਗੀ ਦੀ ਖੇਡ ਇਹੀ ਜਾਣ, ਆ ਜਿਹੜੀਆਂ ਚੀਜ਼ਾਂ ਰਾਜ ਮਾਲ ਅਨੇਕ ਭੋਗ ਰਸ, ਇਹ ਸਾਰੀਆਂ ਚੀਜ਼ਾਂ ਸਦਾ ਥਿਰ ਨਹੀਂ, ਅੱਜ ਤੇਰੀਆਂ ਨੇ ਕੱਲ੍ਹ ਕਿਸੇ ਹੋਰ ਦੀਆਂ ਹੋਣਗੀਆਂ। ਗੀਤਾ ਦਾ ਉਪਦੇਸ਼ ਇੰਨਾ ਹੀ ਹੈ। ਅਰਜਨ ਨੂੰ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਜਿਹੜੀ ਚੀਜ਼ ਅੱਜ ਤੇਰੇ ਕੋਲ ਹੈ ਕੱਲ੍ਹ ਕਿਸੇ ਹੋਰ ਦੀ ਸੀ, ਕੱਲ੍ਹ ਨੂੰ ਕਿਸੇ ਹੋਰ ਦੀ ਹੋਏਗੀ। ਬਾਬਾ ਫਰੀਦ ਜੀ ਨੇ 2 ਪੰਕਤੀਆਂ 'ਚੋਂ ਸਾਰਾ ਉਪਦੇਸ਼ ਦਿੱਤਾ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਮਹਾਰਾਜ ਕਹਿੰਦੇ ਸਾਰੀਆਂ ਇਹ ਰੁੱਖ ਦੀ ਛਾਂ ਵਾਲੀ ਅਵਸਥਾ ਹੈ, ਜਿਵੇਂ ਬਦਲ ਜਾਂਦੀ ਹੈ ਇਉਂ ਹੀ ਇਹ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ। ਜਣੀ ਅੱਜ ਤੇਰੇ ਕੋਲ ਕੱਲ੍ਹ ਕਿਸੇ ਹੋਰ ਕੋਲ ਹੋਣਗੀਆਂ। ਧਾਏ ਧਾਏ ਬਹੁ ਬਿਦ ਕੋ ਧਾਵੈ, ਸਗਲ ਨਿਰਾਰਥ ਕਾਮ। ਕਹਿੰਦੇ ਧਾਏ ਭੱਜਿਆ ਫਿਰਦਾ। ਕੌਣ ਭੱਜਿਆ ਫਿਰਦਾ? ਸਰੀਰਕ ਤੌਰ 'ਤੇ ਵੀ ਬੰਦਾ ਭੱਜਿਆ ਫਿਰਦਾ, ਲੱਕ ਨਹੀਂ ਸਿੱਧਾ ਹੁੰਦਾ, ਟੁੱਟਿਆ ਪਿਆ, ਥੱਕਿਆ ਪਿਆ, ਜਦੋਂ ਡਿੱਗਦਾ ਮੰਜੇ 'ਤੇ ਪਤਾ ਹੀ ਨਹੀਂ ਲੱਗਦਾ ਕਿੱਥੇ ਸੁੱਤਾ। ਸਰੀਰ ਭੱਜਿਆ ਫਿਰਦਾ। ਉੱਦਾਂ ਹੀ ਇਹ ਸਾਡਾ ਮਨ ਵੀ ਭੱਜਿਆ ਫਿਰਦਾ ਹੈ। ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ। ਇਹ ਤਾਂ ਭੱਜਿਆ ਫਿਰਦਾ, ਪਤਾ ਨਹੀਂ ਕਦੇ ਕਿਧਰੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਬੀਰ ਕਾਇਆ ਕਦਲੀ ਬਨ ਪਿਆ, ਮਨ ਕੁੰਚਰ ਮੈਂ ਮੰਤ ਕੀ। ਮਨ ਦੀ ਅਵਸਥਾ ਬਹੁਤ ਦੱਸੀ ਬਾਣੀ ਵਿੱਚ। ਤੇ ਮਹਾਰਾਜ ਕਹਿੰਦੇ ਧਾਏ ਬਹੁ ਬਿਦ ਕਉ ਧਾਵੈ। ਬੜੇ ਯਤਨ ਕਰਦਾ ਹੈ, ਕਦੇ ਕੁਝ ਕਰਦਾ, ਕਦੇ ਕੁਝ ਕਰਦਾ ਹੈ। ਬੜੀਆਂ ਵਿਧੀਆਂ, ਯਤਨ, ਤਰੀਕੇ, ਢੰਗ ਲਾਉਂਦਾ ਹੈ, ਭੱਜਦਾ ਫਿਰਦਾ ਹੈ। ਪਰ ਮਹਾਰਾਜ ਕਹਿੰਦੇ ਸਾਗਲ ਨਿਰਾਰਥ ਕਾਮ। ਨਿਰਾ ਅਰਥ, ਕਿਸੇ ਅਰਥ ਨਹੀਂ ਇਹ ਕੰਮ। ਜਿੰਨੀਆਂ ਮਰਜ਼ੀ ਇਹ ਦੌੜਾਂ ਲਾ ਲਵੇ। ਫਰੀਦਾ ਕੋਠੇ ਧੁੱਕਣ ਕੇਤੜਾ। ਬਾਬਾ ਫਰੀਦ ਜੀ ਕਹਿੰਦੇ ਕੋਠੇ 'ਤੇ ਕੋਈ ਕਿੰਨਾ ਕੁ ਭੱਜੇਗਾ? ਜਦੋਂ ਉਹਨੂੰ ਭੱਜੇਗਾ ਉਦੋਂ ਉਹਨੂੰ ਕੋਠਾ ਖਤਮ ਹੋ ਜਾਏਗਾ। ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇ। ਜਿਹੜੇ ਦਿਨ ਮਿਲੇ ਆ ਨਾ ਗਿਣਵੇਂ ਹੈ, ਗਏ ਵਿਲਾੜ। ਫਰੀਦਾ ਗੋਰ ਨਿਮਾਣੀ ਸੱਦ ਕਰੇ ਨੇ ਘਰਿਆ ਘਰ ਆਓ। ਸਰ ਪਰ ਮੈਂ ਥਿਆ ਆਵਣਾ ਮਰਨੋਂ ਨਾ ਡਰਿਆ ਹੋ। ਕਿਹੜੇ ਪਾਸੇ ਚੱਲ ਪਿਆ? ਮਹਾਰਾਜ ਕਹਿੰਦੇ ਇਹ ਕੰਮ ਜਿਹੜੇ ਕਰ ਰਿਹਾ ਨਾ ਕਿਸੇ ਅਰਥ ਨਹੀਂ, ਬੇਅਰਥ ਬੇਵਜ੍ਹਾ ਕਰ ਰਿਹਾ ਹੈ। ਬਿਨ ਗੋਵਿੰਦ ਆਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ। ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਿਨਾ, ਉਸ ਰੱਬ ਤੋਂ ਬਿਨਾ, ਬਿਨ ਗੋਵਿੰਦ, ਉਹ ਤੋਂ ਬਿਨਾ ਆਵਰ ਜੇ ਚਾਹੋ, ਹੋਰ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਜਾਂ ਮੰਗਦੇ ਹੋ, ਹੈ ਨਾ। ਕਈ ਵਾਰੀ ਅਸੀਂ ਮੰਗਦੇ ਹਾਂ, ਬਹੁਤ ਕੁਝ ਮੰਗਦੇ ਹਾਂ।
ਮਹਾਰਾਜ ਕਹਿੰਦੇ ਮੰਗਣ ਨੂੰ ਰੋਕਦੇ ਨਹੀਂ ਤੁਹਾਨੂੰ। ਇਹ ਸੰਸਾਰ ਵਿੱਚ ਚੀਜ਼ਾਂ ਦੀ ਤੁਹਾਨੂੰ ਲੋੜ ਪੈਂਦੀ ਹੈ, ਠੀਕ ਹੈ, ਵਰਤਦੇ ਹੋ, ਪਰ ਸਾਧ ਸੰਗਤ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਚਾਹੁੰਦੇ ਹੋ ਜੋ ਦਿਸ ਰਹੀਆਂ ਨੇ ਨਾ ਜੀ, ਸਤਿਗੁਰੂ ਮਹਾਰਾਜ ਕਹਿੰਦੇ ਦੀਸੈ ਸਗਲ ਬਾਤ ਹੈ ਖਾਮ, ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ। ਬਿਨਾਂ ਸਿਮਰਨ ਤੋਂ, ਪ੍ਰਭੂ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਉਹਦੇ ਤੋਂ ਬਿਨਾਂ, ਗੋਬਿੰਦ ਤੋਂ ਬਿਨਾਂ, ਉਹ ਮਿੱਤਰ ਪਿਆਰੇ ਤੋਂ ਬਿਨਾਂ ਜੇ ਕੁਛ ਹੋਰ ਮੰਗਦੇ ਆ ਨਾ, ਮਹਾਰਾਜ ਕਹਿੰਦੇ ਸਗਲ ਬਾਤ ਹੈ, ਸਾਰੀਆਂ ਗੱਲਾਂ ਹੀ ਕੀ ਨੇ ਜੀ? ਖਾਮ। ਖਾਮ ਫਾਰਸੀ ਦਾ ਸ਼ਬਦ ਹੈ, ਮਤਲਬ ਜਿਹੜੀ ਕੱਚੀਆਂ ਚੀਜ਼ਾਂ ਨੇ। ਜੋ ਮਰਜ਼ੀ ਮੰਗ ਲਓ, ਜੋ ਕੁਝ ਲੈ ਲਓ, ਆਖਰ ਟੁੱਟ ਜਾਣਗੀਆਂ। ਕੱਚੀਆਂ ਪ੍ਰੀਤਾਂ ਨਿਭਦੀਆਂ ਕਦੇ। ਤੇ ਮਹਾਰਾਜ ਸਾਹਿਬ ਕਹਿੰਦੇ ਉਹ ਸਾਰਾ ਕੁਝ ਪਿਆਰਿਓ ਖਾਲਸਾ ਜੀ, ਉਹ ਸਭ ਕੁਝ ਕੱਚਾ ਹੀ ਹੈ, ਨਾਲ ਨਹੀਂ ਜੇ ਨਿਭਣਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੇ ਗੁਹਾਰੀ। ਸਿਮਰਨ ਤੋਂ ਬਿਨਾਂ ਜੋ ਮਰਜੀ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਜਦ ਪੜ੍ਹਦੇ ਜਪਜੀ ਸਾਹਿਬ, ਕਿੱਡੀਆਂ ਕਿੱਡੀਆਂ ਗੱਲਾਂ ਮਹਾਰਾਜ ਨੇ ਦਸੀਆਂ। ਅਸੀਂ ਜਿਹੜੀਆਂ ਚੀਜ਼ਾਂ ਆਮ ਤੌਰ 'ਤੇ ਬੰਦੇ ਦੀ ਚਾਹਨਾ ਹੁੰਦੀ, ਖਾਹਿਸ਼ ਹੁੰਦੀ, ਤਮੰਨਾ ਹੁੰਦੀ ਵੀ ਮੈਨੂੰ ਆਹ ਚੀਜ਼ਾਂ ਚਾਹੀਦੀਆਂ, ਪਰ ਜਿਹੜੀਆਂ ਚੀਜ਼ਾਂ ਦਾ ਉੱਥੇ ਗੁਰੂ ਜੀ ਨੇ ਜ਼ਿਕਰ ਕੀਤਾ ਉਹ ਹਰ ਬੰਦੇ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ ਵੀ ਪ੍ਰਾਪਤ ਕਰ ਲਵੇ। ਪਰ ਜੇ ਕਿਸੇ ਨੂੰ ਮਿਲ ਵੀ ਜਾਵੇ, ਕਿੰਨੀਆਂ ਉਦਾਹਰਨਾਂ ਦਿੱਤੀਆਂ, ਕਿਸੇ ਬੰਦੇ ਦੀ ਉਮਰ 4 ਯੁੱਗਾਂ ਦੀ ਹੋ ਜਾਵੇ। ਦੇਖੋ 4 ਯੁੱਗਾਂ ਤੋਂ ਵਧਾ ਕੇ ਬੰਦੇ ਦੀ 40 ਯੁੱਗ ਦੀ ਉਮਰ ਹੋ ਜਾਵੇ। ਬੰਦੇ ਨੂੰ 9 ਖੰਡ ਧਰਤੀ ਪ੍ਰਿਥਵੀ ਦੇ ਉੱਤੇ ਦੁਨੀਆ ਜਾਣਨ ਲੱਗ ਜਾਏ। ਕੱਲਾ ਜਾਣਨ ਮਸ਼ਹੂਰ ਹੋਣ ਦੀ ਗੱਲ ਨਹੀਂ, ਦੁਨੀਆ ਉਹਦੇ ਨਾਲ ਹੀ ਚੱਲ ਪਵੇ ਬਈ ਆਹ ਇਹਦੇ ਵਰਗਾ ਨਹੀਂ ਕੋਈ, ਇਹਦੇ ਪਿੱਛੇ ਚੱਲੋ, ਤੇ ਨਾਮ ਵੀ ਚੰਗਾ ਰਖਵਾ ਲਵੇ, ਜਸ ਕੀਰਤ ਵੀ ਦੁਨੀਆ ਕਰੇ। ਪਰ ਫਿਰ ਵੀ ਜੇ ਇੰਨਾ ਕੁਝ ਵੀ ਹੋਵੇ, ਜੇ ਪਰਮੇਸ਼ਰ ਦਾ ਨਾਮ ਨਹੀਂ ਨਾ, ਤੇ ਫਿਰ ਮਹਾਰਾਜ ਕਹਿੰਦੇ ਕੀੜਿਆਂ 'ਚੋਂ ਵੀ ਨਖਿੱਧ ਕੀੜਾ ਬਣੇਗਾ। ਜਪਜੀ ਸਾਹਿਬ ਪੜ੍ਹਦੇ ਨਾ ਰੋਜ਼, ਜੇ ਜੁਗ ਚਾਰੇ ਆਰਜਾ, ਆਰਜਾ ਕਹਿੰਦੇ ਉਮਰ ਨੂੰ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਸਤਿਗੁਰੂ ਸਾਹਿਬ ਕਹਿੰਦੇ ਹੈ ਜੋ ਪਰਮੇਸ਼ਰ ਦੀ ਨਜ਼ਰ ਵਿੱਚ ਨਹੀਂ ਨਾ ਆਇਆ, ਤਾਂ ਉਸ ਦਰਗਾਹ 'ਚ ਪਿਆਰਿਆ ਤੇਰੀ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਕਿ ਐਡੀ ਲੰਮੀ ਉਮਰ ਵਾਲਾ ਐਡਾ ਵੱਡਾ ਧਨਾੜ ਅਮੀਰ ਬੰਦਾ ਹੈ। ਇਹ ਸਮਝਾ ਰਹੇ ਹੈ ਸਤਿਗੁਰੂ ਜੀ। ਕਹਿੰਦੇ ਉਹ ਤੋਂ ਬਿਨਾਂ ਜੋ ਕੁਝ ਵੀ ਮੰਗਦੇ ਹੋ ਨਾ, ਸਭ ਬਾਤਾਂ ਜਿਹੜੀਆਂ ਗੱਲਾਂ ਕਰਦੇ ਹੋ ਉਹ ਸਭ ਕੱਚੀਆਂ ਹਨ ਜੀ। ਕਾਹੂ ਨਾਨਕ ਸੰਤ ਰੇਨ ਮੰਗੋ, ਮੇਰੂ ਮਨ ਪਾਵੈ ਬਿਸਰਾਮ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਸੰਤ ਰੇਨ ਮੰਗੋ। ਆਖਰੀ ਪੰਕਤੀ ਵਿੱਚ ਕਹਿ ਰਹੇ ਮਹਾਰਾਜ ਮੈਂ ਸਾਧੂਆਂ ਦੀ ਧੂੜੀ ਮੰਗਦਾ ਪਿਆ। ਰੇਨ ਧੂੜੀ ਨੂੰ ਕਹਿੰਦੇ ਗੁਰਮੁਖਾਂ ਦੀ, ਸਾਧੂਆਂ ਦੀ ਧੂੜੀ। ਉਹ ਅੱਜ ਕੱਲ੍ਹ ਤਾਂ ਇਹ ਜੇ ਇਸ ਤਰ੍ਹਾਂ ਦੇ ਸ਼ਬਦ ਦੀ ਵਿਚਾਰ ਇੱਦਾਂ ਕਰੀਏ ਨਾ ਜੀ, ਮਜ਼ਾਕ ਉਡਾਉਣ ਲੱਗ ਗਏ। ਸਾਡੇ ਵਿੱਚ ਵੀ ਹੀ ਕਈ ਬੰਦੇ ਆਖੇ ਜੇ ਕੋਈ ਰੇਨ ਮੰਗਦਾ, ਕਹਿੰਦੇ ਉਹਦੀ ਧੂੜੀ ਭਰ ਕੇ ਕੱਪ ਉਹਦੇ ਸਿਰ 'ਚ ਪਾ ਦਿਓ। ਭਾਈ ਪਾ ਦਿਓ, ਲਓ ਮੈਂ ਬੈਠਾ, ਗੁਰਸਿੱਖਾਂ ਦੀ ਧੂੜ ਮੇਰੇ ਉੱਤੇ ਕੱਪ ਕੀ ਬਾਲਟੀ ਭਰ ਕੇ ਪਾ ਦਿਓ। ਨਾਲੇ ਕੱਪਾਂ ਬਾਲਟੀਆਂ ਭਰ ਭਰ ਕੇ ਤੇ ਧੂੜੀ ਦੀਆਂ ਹੁੰਦੀਆਂ। ਧੂੜੀ ਦਾ ਸਾਧ ਸੰਗਤ ਚਰਨਾਂ ਨੂੰ ਥੋੜ੍ਹੀ ਜਿਹੀ ਲੱਗੀ ਹੁੰਦੀ। ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ, ਜੇ ਮਿਲ ਜਾਵੇ ਉਹਨੂੰ ਤੇ ਮੱਥੇ ਨੂੰ ਲਾਉਣੀ ਚਾਹੀਦੀ ਹੈ। ਤੇ ਅੱਜ ਅਸੀਂ ਮਜ਼ਾਕ ਉਡਾਉਣ ਲੱਗ ਪਏ ਹਾਂ ਜੀ। ਗੁਰਸਿੱਖਾਂ ਦੀ ਧੂੜ ਦੀ ਬਰਕਤ ਹੈ। ਇਤਿਹਾਸ ਸਰਦਾਰ ਸ਼ਹਿਬਾਜ਼ ਸਿੰਘ ਸੁਬੇਗ ਸਿੰਘ ਦਾ ਪੜ੍ਹ ਕੇ ਵੇਖੋ। ਪੁੱਤਰ ਕਿਤੇ ਮਾੜਾ ਜਿਹਾ ਡੋਲਦਾ, ਪਿਤਾ ਕਹਿੰਦਾ ਇੱਕ ਵਾਰ ਮਿਲਾ ਤੇ ਦਿਓ। ਮਿਲਾਇਆ, ਪਿਤਾ ਨੇ ਆਪਣੀ ਜੁੱਤੀ ਦਾ ਇੱਦਾਂ ਜੋੜੇ ਦਾ ਧੂੜੀ ਲੈ ਕੇ ਆਪਣੇ ਪੁੱਤ ਦੇ ਮਸਤਕ 'ਤੇ ਲਾ ਦਿੱਤੀ। ਲਓ ਕਹਿੰਦੇ ਹੁਣ ਮਨਾ ਦਿਓ ਵੀ ਸਿੱਖੀ ਤੋਂ ਡੋਲ ਜਾਏਗਾ। ਤੇ ਸਾਧ ਸੰਗਤ ਜੀ ਡੋਲਿਆ ਨਹੀਂ। ਗੁਰੂ ਕੇ ਸਿੱਖ ਆਰਿਆਂ ਨਾਲ ਚੀਰੇ ਗਏ, ਬੰਦ ਬੰਦ ਕਟਾ ਲਏ, ਖੋਪਰੀਆਂ ਲੁਹਾ ਲਈਆਂ, ਚਰਖੀਆਂ 'ਤੇ ਚੜ੍ਹ ਗਏ, ਪਰ ਗੁਰੂ ਕੇ ਸਿੱਖ ਡੋਲੇ ਨਹੀਂ।
ਬਰਕਤ ਹੈ ਧੂੜੀ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ। ਹਾਂ, ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀਂ, ਕੱਚੇ ਵੀ ਹੁੰਦੇ ਆ, ਪਰ ਕੱਚਿਆਂ ਨਾਲ ਨਾ ਜੁੜੋ। ਬਾਣੀ ਨੇ ਕਹਿ ਦਿੱਤਾ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਦੀ ਗੱਲ ਹੈ, ਉਹ ਜੀਵਨ ਦੇ ਵਿਛੜੇ, ਉਹ ਜਿਉਂਦੇ ਵਿਛੜ ਜਾਣਗੇ ਕਿਤੇ ਨਾ ਕਿਤੇ, ਪਰ ਪੱਕੇ ਓਏ ਮੋਇਆ ਨਾ ਜਾਈ ਛੋੜ। ਉਹ ਤੇ ਪੱਕੇ ਆ ਜਿਹੜੇ ਭੇਦ ਨਾ ਜਾਣੋ ਮੂਲ, ਸਾਈਂ ਜਿਹੇ ਆਖਿਆ ਜਿਨੀ ਪਛਾਤਾ ਸੱਚ ਸੇ ਕਿਨੇਹਿਆ। ਤੇ ਉਹਨਾਂ ਗੁਰਮੁਖਾਂ ਦੀ ਕਿਤੇ ਸਾਧ ਸੰਗਤ ਧੂੜ ਮਿਲ ਜਾਵੇ ਜੀਵਨ ਵਿੱਚ। ਕਹੋ ਨਾਨਕ ਸੰਤ ਰੇਨ ਮੰਗੋ, ਸੰਤਾਂ ਦੀ ਧੂੜੀ ਮੰਗਦਾ ਫਿਰ ਕੀ ਹੋਏਗਾ। ਮੇਰੋ ਮਨ ਪਾਵੈ ਵਿਸ਼ਰਾਮ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਫਿਰ ਮੇਰਾ ਮਨ ਜਿਹੜਾ ਭਟਕਦਾ ਫਿਰਦਾ ਹੈ ਨਾ ਜੀ, ਕਦੇ ਕਿਧਰੇ ਕਦੇ ਕਿਧਰੇ, ਸੰਕਲਪਾਂ ਵਿਕਲਪਾਂ ਵਿੱਚ ਭੱਜਦਾ ਹੈ, ਮਨ ਹੈ ਜਿਹੜਾ ਇਹ ਸੰਕਲਪਾ ਵਿਕਲਪਾ ਸਾ ਮਨਾ। ਮਨ ਹੈ ਕਿ ਸੰਕਲਪ ਅਤੇ ਵਿਕਲਪ, ਜਿਹੜਾ ਵਿਚਾਰਾਂ ਦਾ ਵੰਡਲ ਹੈ ਨਾ, ਵੰਡਲ ਆਫ ਥਾਟ ਜਿਹਨੂੰ ਕਹਿ ਦਿੰਦੇ ਆ, ਇਹੀ ਮਨ ਹੈ। ਤੇ ਜਦੋਂ ਮਨ ਟਿਕ ਜਾਏ ਜੀ, ਉਹਨੂੰ ਇਹ ਸਮਾਧੀ ਕਹਿੰਦੇ ਆ। ਮਨ ਦਾ ਟਿਕਣਾ ਹੀ ਸਮਾਧੀ ਹੈ, ਤੇ ਮਨ ਦਾ ਸੰਕਲਪ ਵਿਕਲਪ ਉਠਾਉਣਾ ਹੀ ਭਟਕਣਾ ਹੈ। ਮਨ ਭੱਜਦਾ ਹੈ, ਕਦੇ ਜਾਗਦਿਆਂ ਭੱਜਿਆ ਫਿਰਦਾ ਹੈ, ਸੁਪਨ ਅਵਸਥਾ 'ਚ ਵੀ ਸੁਪਨੇ ਲੈਂਦਾ ਫਿਰਦਾ, ਸਖੋਪਤ ਵਿੱਚ ਵੀ ਉਹ ਵਿੱਦਿਆ ਦੇ ਨੇੜੇ ਹੋ ਜਾਂਦਾ ਹੈ, ਪਰ ਵਿਸ਼ਰਾਮ ਨਹੀਂ। ਸਾਧ ਸੰਗਤ ਕਹਿੰਦੇ ਗੁਰਮੁਖਾਂ ਦੀ ਧੂੜ ਨਾਮ ਜਪਣ ਵਾਲਿਆਂ ਦੀ ਮਿਲ ਜਾਵੇ, ਮੇਰਾ ਮਨ ਵੀ ਕਿਤੇ ਟਿਕ ਜਾਵੇ ਜਿਹੜਾ ਭਟਕਦਾ ਫਿਰਦਾ ਹੈ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਪਾਵਨ ਹੁਕਮਨਾਮੇ ਦੇ ਅੰਦਰ। ਆਓ ਹੁਣ ਜੋ ਪਾਵਨ ਲੜੀਵਾਰ ਵਿਚਾਰ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੀ ਵਿਚਾਰ ਵੀ ਸੁਣਦੇ ਹਾਂ। ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ, ਰਾਮ ਕਲੀ ਰਾਗ ਹੈ, ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਬਾਣੀ ਹੈ। ਅਸ਼ਟਪਦੀਆਂ, ਧਿਆਨ ਦੇਣਾ, ਇਹਨੂੰ ਅਸ਼ਟ ਨਹੀਂ ਕਰ ਦੇਣਾ, ਛੱਛਾ ਨਹੀਂ ਬਣਾ ਦੇਣਾ, ਸੱਸਾ ਹੀ ਹੈ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ। ਅਸ਼ਟਪਦੀਆਂ ਜਣੀ ਕਈ ਨੇ, ਬਹੁਵਚਨ ਹੈ। ਇੱਕ ਓੰਕਾਰ, ਪਰਮੇਸ਼ਰ ਵਾਹਿਗੁਰੂ ਇੱਕ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਹੀਏ, ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੋ ਸਤਚਿਤ ਆਨੰਦ ਸਰੂਪ ਹੈ ਪਰਮੇਸ਼ਰ, ਉਹਦੀ ਇੱਥੇ ਵਸਤੂ ਨਿਰਦੇਸ਼ਕ ਮੰਗਲ ਕਰ ਰਹੇ ਹਨ। ਸਰਮੈ ਦੀਆ ਮੁੰਦਰਾ, ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। ਗੁਰੂ ਪਿਆਰੇ ਖਾਲਸਾ ਜੀ, ਇਹ ਪਾਵਨ ਜਿਹੜਾ ਸ਼ਬਦ ਹੈ, ਇਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਇੱਕ ਜੋਗੀ ਚੱਲ ਕੇ ਆਇਆ। ਜੋਗੀ ਨੇ ਗੁਰੂ ਮਹਾਰਾਜ ਦੀ ਮਹਿਮਾ ਸੁਣੀ। ਉਹਨੂੰ ਪਤਾ ਲੱਗਾ ਕਿ ਗੋਇੰਦਵਾਲ ਦੀ ਪਾਵਨ ਧਰਤੀ ਦੇ ਉੱਤੇ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਹ ਤਾਂ ਧਰਤੀ ਦੇ ਉੱਤੇ ਭੁਗਤ ਜੁਗਤ ਮੁਕਤ ਦੇ ਭੰਡਾਰੇ ਗੁਰੂ ਅਮਰਦਾਸ ਜੀ ਵਰਤਾ ਰਹੇ ਹੈ। ਤੇ ਉਹ ਜੋਗੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕੋਲ ਚੱਲ ਕੇ ਆਇਆ। ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਤੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਹੋ ਲੋਕਾਂ ਦੇ ਉੱਤੇ, ਪਰ ਅਗਰ ਤੁਸੀਂ ਕਦੇ ਯੋਗ ਮਤ ਵਿੱਚ ਆ ਜਾਓ, ਗੋਰਖ ਦੇ ਮਤ ਵਿੱਚ ਆ ਜਾਓ, ਤੇ ਮਹਾਰਾਜ ਤੁਹਾਡੀ ਦੁਨੀਆ ਵਿੱਚ ਬਹੁਤ ਹੀ ਜ਼ਿਆਦਾ ਸ਼ੋਭਾ ਹੋ ਜਾਏਗੀ। ਦੁਨੀਆ ਵਿੱਚ ਤੁਹਾਨੂੰ ਦੁਨੀਆ ਪੂਜੇਗੀ, ਜਾਣੇਗੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਇਹ ਗੱਲ ਆਖੀ, ਮਹਾਰਾਜ ਕਹਿੰਦੇ ਭਾਈ ਤੁਹਾਡਾ ਯੋਗ ਕਿਵੇਂ ਪ੍ਰਾਪਤ ਹੁੰਦਾ, ਕਿਵੇਂ ਬਣੀਦਾ ਯੋਗੀ? ਉਹਨੇ ਆਖਿਆ ਜੀ ਅਸੀਂ ਕੰਨਾਂ 'ਚ ਮੁੰਦਰਾਂ ਪਾਉਂਦੇ ਹਾਂ, ਗੋਦੜੀ ਪਾਉਂਦੇ ਹਾਂ, ਡੰਡਾ ਰੱਖਦੇ ਹਾਂ, ਇੱਕ ਤੁਣਤਣੀ ਵਜਾਈ ਦੀ ਹੈ, ਇਹ ਚੀਜ਼ਾਂ ਰੱਖ ਕੇ ਯੋਗੀ ਬਣੀਦਾ। ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਦੇ ਮਤ ਵਿੱਚ ਸਾਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ ਏਕ ਜੀ ਕਿਆ ਵਖਾਨਾ ਹੈ। ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਰ ਦੇ ਬਰਾਬਰ ਹੈ, ਤੇ ਸਾਨੂੰ ਉਹ ਗੁਰੂ ਨਾਨਕ ਦੇ ਮਹਾਰਾਜ ਦੀ ਸਿੱਖੀ ਮਿਲੀ, ਉਹਦੇ ਚਰਨਾਂ ਦਾ ਪਿਆਰ ਮਿਲਿਆ, ਉਹਦੇ ਘਰ ਵਿੱਚ ਸਾਡਾ ਜਨਮ ਹੋਇਆ,
ਗੁਰਸਿੱਖੀ ਰੂਪ ਵਿੱਚ। ਤੇ ਮਹਾਰਾਜ ਕਹਿੰਦੇ ਫਿਰ ਸਾਨੂੰ ਆਹ ਤੁਹਾਡੇ ਵਾਲੀਆਂ ਬਾਹਰਲੇ ਸਰੀਰ ਤੇ ਵਿਭੂਤ ਮਲਣੀ, ਕੰਨ ਪਾੜ ਕੇ ਮੁੰਦਰਾਂ ਪਾਉਣੀਆਂ ਜਾਂ ਡੰਡਾ ਫੜਨਾ, ਇਹਨਾਂ ਦੀ ਲੋੜ ਨਹੀਂ। ਫਿਰ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਫਿਰ ਕਿਹੜੀਆਂ ਚੀਜ਼ਾਂ ਕਰਦੇ? ਮਹਾਰਾਜ ਕਹਿੰਦੇ ਇੱਕ ਅੰਤਰੰਗ ਸਾਧਨ ਹੁੰਦਾ, ਇੱਕ ਬਹਿਰੰਗ ਸਾਧਨ ਹੁੰਦਾ ਹੈ। ਵਿਚਾਰ ਸਾਗਰ ਵਿੱਚ ਵੀ ਜ਼ਿਕਰ ਆਉਂਦਾ ਹੈ। ਬਹਿਰੰਗ ਸਾਧਨ ਹੈ ਜਿਹੜੇ ਆ ਬਾਹਰੀ ਕਰਨੇ, ਜੋ ਤੁਹਾਨੂੰ ਤੁਹਾਡੇ ਮਤ ਅਨੁਸਾਰ ਕਰਮ ਕਾਂਡ ਦੱਸੇ ਆ। ਸਾਨੂੰ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਹਰੋਂ ਸਾਬਤ ਸੂਰਤ ਦਸਤਾਰ ਸਿਰਾ ਦਾ ਹੁਕਮ ਦਿੱਤਾ ਹੈ, ਉਹਦੇ ਵਿੱਚ ਅਸੀਂ ਪਰਪੱਕ ਹਾਂ। ਅਤੇ ਅੰਦਰ ਦੇ ਸਾਧਨ ਜਿਹੜੇ ਹਨ, ਅਸੀਂ ਮੁੰਦਰਾਂ ਵੀ ਪਾਈਆਂ, ਅਸੀਂ ਜੋਗੀ ਵੀ ਹਾਂ, ਪਰ ਅੰਦਰਲੀਆਂ ਪਾਈਆਂ। ਉਹ ਕਿਹੜੀਆਂ ਪਾਈਆਂ ਦੱਸਦੇ ਹਨ? ਆਵਣ ਜਾਣ ਵਿਭੂਤ ਲਾਏ ਜੋਗੀ, ਤਾ ਤੀਨ ਭਵਨ ਜਿਨ ਲਿਆ। ਸਰਮੈ ਦੀਆਂ ਮੁੰਦਰਾ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸ਼ਰਮੈ ਦੀਆਂ, ਯਾਨੀ ਵਿਕਾਰਾਂ ਵੱਲੋਂ ਸ਼ਰਮ ਕਰਨੀ, ਲੱਜਾ ਕਰਨੀ, ਪਾ ਕੇ ਕੰਨਾਂ ਵਿੱਚ ਮੁੰਦਰਾਂ, ਤੇ ਮਨ ਹਜੇ ਭਟਕਦਾ ਫਿਰਦਾ ਹੈ, ਇਹ ਮੁੰਦਰਾਂ ਨੇ ਤੇਰਾ ਫਾਇਦਾ ਨਹੀਂ ਕਰਨਾ। ਘਰ-ਬਾਰ ਛੱਡ ਕੇ ਭਰਥਰੀ ਹਰੀ ਰਾਜਾ ਸੀ, ਬਿਕਰਮਾਦਿੱਤ ਦਾ ਭਰਾ ਸੀ, ਘਰ-ਬਾਰ ਛੱਡ ਕੇ ਜੋਗੀ ਬਣ ਗਿਆ, ਪਰ ਮਨ ਨਾ ਟਿਕਿਆ। ਇੰਨਾ ਵਿਕਾਰੀ ਹੋਇਆ, ਇੱਕ ਦਿਨ ਮੁੜ ਮੀਂਹ ਪੈਂਦੇ ਵਿੱਚ ਰਾਤ ਨੂੰ ਮਹਿਲਾਂ ਵਿੱਚ ਜਾ ਪਹੁੰਚਿਆ। ਮੰਦੀ ਭਟਕਣਾ, ਪਰ ਸਾਹਮਣੇ ਦੀ ਨਾ ਜਾ ਸਕਿਆ, ਮਹਿਲਾਂ ਦੇ ਪਿਛਲੇ ਪਾਸੇ ਦੀ ਗਿਆ। ਕਿਸੇ ਦਰਖਤ ਦੇ ਉੱਤੋਂ ਦੀ ਚੜ੍ਹ ਕੇ ਲੱਗਾ ਵੀ ਕੋਈ ਰੱਸੀ ਲਮਕਦੀ ਹੈ, ਹੱਥ ਪਾ ਕੇ ਉੱਤੇ ਵੱਡੀ ਰਾਣੀ ਦੇ ਮਹਿਲਾਂ 'ਚ ਪਹੁੰਚਿਆ। ਰਾਣੀ ਨੇ ਜੋਗੀ ਸਮਝ ਕੇ ਆਖਿਆ, ਉਹ ਜੋਗੀ ਕਿੱਧਰ ਦੀ ਆਏ? ਕਹਿੰਦਾ ਪਿੱਛੋਂ ਦੀ ਆਇਆ, ਤੂੰ ਰੱਸੀ ਜਿਹੜੀ ਲਮਕਾਈ ਸੀ। ਉਹਨੇ ਜਦੋਂ ਬਿਜਲੀ ਚਮਕੀ ਵੇਖਿਆ ਤੇ ਸਾਧ ਸੰਗਤ ਮੋਟਾ ਅਜਗਰ ਸੱਪ ਲਮਕਦਾ ਪਿਆ ਸੀ। ਕਹਿਣ ਲੱਗੀ ਜੋਗੀ ਤਾਂ ਬਣ ਗਿਓ, ਪਰ ਹਜੇ ਮਨ ਦੀ ਅੰਦਰਲੀ ਵਾਸ਼ਨਾ ਨਹੀਂ ਮਰੀ। ਐ ਜੋਗੀ, ਇਹ ਰੱਸੀ ਨਹੀਂ ਸੱਪ ਹੈ, ਤੈਨੂੰ ਖਾ ਲੈਣਾ ਸੀ, ਮਾਰ ਲੈਣਾ ਸੀ। ਉਹ ਕਹਿਣ ਲੱਗਾ ਇਹ ਸੱਪ ਤੋਂ ਤਾਂ ਬਚ ਜਾਣਾ, ਪਰ ਜਿਹੜੇ ਸੱਪ ਨੇ ਮੈਨੂੰ ਖਾ ਲੈਣਾ ਸੀ ਨਾ, ਉਹ ਵਿਕਾਰਾਂ ਦਾ ਸੱਪ ਹੈ, ਤੂੰ ਅੱਜ ਉਹ ਤੋਂ ਮੈਨੂੰ ਬਚਾ ਲਿਆ। ਮਹਾਰਾਜ ਕਹਿੰਦੇ ਵਿਕਾਰਾਂ ਵੱਲੋਂ ਸ਼ਰਮ ਕਰਨੀ, ਲੱਜਾ ਮੰਨਣੀ, ਇਹ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਸੀ। ਕੰਨਾਂ ਦੇ ਰਾਹੀਂ ਜਿਹੜੇ ਵਿਕਾਰ, ਨਿੰਦਾ ਚੁਗਲੀ ਇਤਿਆਦਿਕ ਅੰਦਰ ਜਾਂਦੀ ਹੈ, ਬੇਵਜ੍ਹਾ ਦੀਆਂ ਗੱਲਾਂ ਅਸੀਂ ਅੰਦਰ ਸੁਣਦੇ ਹਾਂ, ਇੱਧਰੋਂ ਲੱਜਾ ਕਰਨੀ। ਮਹਾਰਾਜ ਕਹਿੰਦੇ ਇਹ ਸਾਧ ਸੰਗਤ ਮੁੰਦਰਾਂ ਪਾ ਲਈਆਂ ਹਨ। ਜਾਂ ਸ਼ਰਮ ਮਿਹਨਤ ਨੂੰ ਵੀ ਕਹਿੰਦੇ ਆ, ਚੰਗੇ ਪਾਸੇ ਵੱਲ ਸ਼ਰਮ ਕਰਨੀ, ਪ੍ਰਾਸ਼ਰਮ ਕਰਨਾ, ਮਿਹਨਤ ਕਰਨੀ, ਇਹ ਕੰਨੀ ਮੁੰਦਰਾਂ ਪਾਈਆਂ ਹਨ। ਜੋਗੀਆ ਖਿੰਥਾ ਕਰ ਤੂੰ ਦਇਆ। ਖਿੰਥਾ ਕਹਿ ਦਿੰਦੇ ਗੋਦੜੀ ਨੂੰ। ਜੋਗੀ ਲੋਕ ਸਰੀਰ ਦੇ ਉੱਤੇ ਗੋਦੜੀ ਪਾਉਂਦੇ ਆ, ਜਿਹਨੂੰ ਤਾਕੀਆਂ ਲੱਗੀਆਂ ਹੁੰਦੀਆਂ ਨੇ। ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਉਹਦਾ ਜ਼ਿਕਰ ਕੀਤਾ ਹੈ। ਫਰੀਦਾ ਖਿੰਥੜ ਮੇਖਾਂ ਅਗਲੀਆਂ। ਮੇਖ ਕਹਿੰਦੇ ਤਾਕੀ ਨੂੰ। ਲੀਰ ਕਿਤੋਂ ਮਿਲ ਗਈ, ਲੀਰ ਕਿਤੋਂ ਮਿਲ ਗਈ, ਉਹਨੂੰ ਗੰਢ ਕੇ ਤੇ ਸੀ ਕੇ ਡੱਬ ਖੜੱਬੀ ਜੀ ਗੋਦੜੀ ਜੀ ਪਾ ਲੈਣੀ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਬਾਰੀ ਆਪੋ ਆਪਣੀ ਚੱਲੇ, ਮਸਾਇਕ ਸੇਖ ਵਾਲੇ ਸ਼ਬਦ ਵਿੱਚ ਖਿੰਥਾ ਦਾ ਜ਼ਿਕਰ ਉਹਨਾਂ ਕੀਤਾ ਹੈ। ਕਈ ਤਰ੍ਹਾਂ ਦੀਆਂ ਤਾਕੀਆਂ ਲੱਗੀਆਂ ਹੁੰਦੀਆਂ ਨੇ, ਜਿਵੇਂ ਆਪਾਂ ਜੈਕਟ ਪਹਿਨਦੇ ਹਾਂ, ਕਈ ਟਾਕੀਆਂ ਵਾਲੀ ਹੁੰਦੀ ਉਹਨਾਂ ਦੀ ਸਰੀਰ ਉੱਤੇ ਪਹਿਨਣ ਵਾਲੀ, ਉਹਨੂੰ ਖਿੰਥਾ ਕਹਿੰਦੇ। ਮਹਾਰਾਜ ਕਹਿੰਦੇ ਤੂੰ ਖਿੰਥਾ ਕਰ ਤੂੰ ਦਇਆ, ਜਿਹੜੀ ਤੇਰੇ ਦਿਲ 'ਚ ਦਇਆ ਰੱਖਣੀ ਨਾ, ਲੋਕਾਂ ਦੇ ਉੱਤੇ ਤਰਸ ਕਰਨਾ, ਇਹੀ ਖਿੰਥਾ ਹੈ। ਅਸੀਂ ਜਿਹੜੇ ਇੱਥੇ ਲੋਕਾਂ ਨੂੰ ਭੁੱਲੇ ਭਟਕਿਆਂ ਨੂੰ, ਤੂੰ ਤਾਂ ਇੱਥੇ ਲੋਕਾਂ ਦੇ ਘਰੋਂ ਰੋਟੀਆਂ ਮੰਗ ਕੇ ਪਹਾੜਾਂ 'ਚ ਚੜ੍ਹ ਗਿਆ ਅਤੇ ਲੋਕਾਂ ਨੂੰ ਨਿੰਦਦਾ। ਇੱਥੋਂ ਤੱਕ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਨਿੰਦੀ ਜਾਂਦਾ, ਉਹ ਮਾਂ ਨੂੰ ਵੀ ਨਿੰਦ ਰਿਹਾ ਜਿਹਦੇ ਘਰੋਂ ਜਨਮ ਲਿਆ। ਕਹਿੰਦੇ ਉਹ ਨਹੀਂ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ, ਵਿੱਚ ਦੁਨੀਆ ਸੇਵ ਕਮਾਈ ਹੈ। ਸਾਡੀ ਦਇਆ ਕੱਲੀ ਇਹ ਨਹੀਂ ਹਾਏ ਹਾਏ ਬੜਾ ਬੁਰਾ ਕੰਮ ਹੋ ਗਿਆ, ਨਾ ਨਾ, ਇੱਥੇ ਤੱਕ ਸੀਮਿਤ ਨਹੀਂ। ਉਹਨਾਂ ਦੀ ਸੇਵਾ ਕਰਨੀ, ਸਾਡੀ ਦਇਆ ਸੇਵਾ ਦੇ ਰੂਪ ਵਿੱਚ ਹੈ। ਮਾਨਵਤਾ ਦੀ ਭਲਾਈ ਦੇ ਲਈ ਦਿਨ ਰਾਤ ਖਾਲਸਾ ਪੰਥ ਚੱਲ ਰਿਹਾ ਹੈ, ਜੂਝਦਾ ਹੈ। ਆ ਕਰੋਨਾ ਪਿੱਛੇ ਚੱਲਿਆ, ਲੋਕੀ ਘਰਾਂ 'ਚ ਵੜ ਗਏ, ਅਤੇ ਸਾਧ ਸੰਗਤ ਖਾਲਸਾ ਪੰਥ ਅੱਗੇ ਆ ਗਿਆ, ਅੱਗੇ ਵਧਿਆ ਹਰ ਪੱਖ 'ਤੇ। ਸਾਡੇ ਉੱਥੇ ਨਾਢਾ ਸਾਹਿਬ
ਸਾਧ ਸੰਗਤ ਜਿਸ ਵੇਲੇ ਲੋਕੀ ਡਰਦੇ ਸਨ, ਚੰਡੀਗੜ੍ਹ ਪੰਚਕੂਲਾ ਇਹ ਟਰਾਈ ਸਿਟੀ ਵਿੱਚ ਲੋਕਾਂ 'ਚ ਬੜਾ ਡਰ ਸੀ, ਖੌਫ ਸੀ। ਹਰ ਰੋਜ਼ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ, ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਸਾਡੇ ਭਾਈ ਸਾਹਿਬਾਨ ਗੁਰਸਿੱਖ ਲੰਗਰ ਲੈ ਕੇ ਜਾਂਦੇ, ਉੱਥੇ ਮਰੀਜ਼ਾਂ ਗਰੀਬਾਂ ਨੂੰ ਰੋਟੀ ਪ੍ਰਸ਼ਾਦਾ ਦਿੰਦੇ ਸਨ। ਕੁੱਤਿਆਂ ਨੂੰ ਵੀ ਰੋਟੀ ਨਹੀਂ ਸੀ ਮਿਲਦੀ, ਉਹਨਾਂ ਨੂੰ ਵੀ ਰੱਜ ਰੱਜ ਖਵਾਈਆਂ। PGI ਰੋਜ਼ ਲੰਗਰ ਜਾਂਦਾ ਗੁਰਦੁਆਰਾ ਪ੍ਰਬੰਧਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਢਾ ਸਾਹਿਬ ਤੋਂ। ਸਾਧ ਸੰਗਤ ਇਹ ਦਇਆ ਹੈ, ਜਾਤ ਪਾਤ ਊਚ ਨੀਚ ਤੋਂ ਉੱਤੇ ਉੱਠ ਕੇ ਆਵਣ ਜਾਣ ਵਿਭੂਤ ਲਾਏ ਜੋਗੀ। ਹੈ ਜੋਗੀ, ਆਉਣਾ ਜਾਣਾ ਤੇਰਾ ਰਹਿ ਸਕਦਾ, ਅਤੇ ਜੇ ਤੂੰ ਇਹ ਵਿਭੂਤ ਲਾ ਲਵੇਂ, ਆਪਣੇ ਮਨ ਨੂੰ ਭਟਕਣ ਵਾਲੇ ਨੂੰ ਆਉਣੋਂ ਜਾਣੋਂ ਰੋਕ ਲਵੇਂ, ਇਹ ਵਿਭੂਤੀ ਹੈ ਤਾਂ ਤੀਨ ਭਵਨ ਜਿਣ ਲਿਆ। ਇਹ ਜਿਹੜਾ ਮਨ ਤਿੰਨੇ ਭਵਨਾਂ ਵਿੱਚ ਭਟਕਦਾ ਫਿਰਦਾ ਹੈ, ਇਹਨੂੰ ਜਿੱਤ ਲਵੇਂਗਾ। ਐਸੀ ਕਿੰਗੁਰੀ ਵਜਾਏ ਜੋਗੀ, ਜਿਤ ਕਿੰਗੁਰੀ ਅਨਹਦ ਵਾਜੈ, ਹਰ ਸਿਉ ਰਹਿ ਲਿਵ ਲਾਏ ਰਹਾਓ। ਐਸੀ ਕਿੰਗਰੀ, ਕਿੰਗਰੀ ਇੱਕ ਤੂੰਬਾ ਹੁੰਦਾ ਦੋਵੇਂ ਪਾਸਿਆਂ ਤੋਂ, ਉਹਦੇ ਲੱਗੇ ਹੁੰਦੇ ਆ, ਉਹਦੇ ਇੱਕ ਤਾਰ ਵੱਜਦੀ। ਐਸੀ ਕਿੰਗਰੀ ਵਜਾ, ਜਿਹੜੀ ਕਿੰਗਰੀ ਦੇ ਨਾਲ ਅਨਹਦ ਵੱਜ ਜਾਵੇ, ਹੱਦ ਤੋਂ ਰਹਿਤ ਨਾਮ ਅੰਦਰ ਵੱਜ ਜਾਵੇ ਤੇ ਪਰਮੇਸ਼ਰ ਨਾਲ ਲਿਵ ਲੱਗ ਜਾਵੇ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾ ਰਹੇ ਆ। ਇੱਥੇ ਹੀ ਸਾਧ ਸੰਗਤ ਜੀ ਆਪਾਂ ਸ਼ਬਦ ਨੂੰ ਵਿਰਾਮ ਦੇਵਾਂਗੇ, ਕਿਉਂਕਿ ਸਮਾਂ ਸੰਪੂਰਨ ਹੋ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਦਾ ਸਮਾਂ ਬਖਸ਼ਿਆ। ਉਸ ਤੋਂ ਬਾਅਦ ਆਪ ਰੱਬ ਵਰਗੀਆਂ ਸੰਗਤਾਂ ਜੋ ਸਰਵਣ ਕਰਨ ਲਈ ਗੁਰੂ ਚਰਨਾਂ 'ਚ ਪਹੁੰਚੀਆਂ, ਆਪ ਜੀ ਦਾ ਧੰਨਵਾਦ। ਮਾਨਯੋਗ ਸਿੰਘ ਸਾਹਿਬ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਸਮੁੱਚੀ ਮੈਨੇਜਮੈਂਟ ਦਾ ਧੰਨਵਾਦ, ਜਿਨ੍ਹਾਂ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੀ ਕਿੰਗੁਰੀ ਵਜਾਏ ਜੋਗੀ, ਜਿਤ ਕਿੰਗੁਰੀ ਅਨਹਦ ਵਾਜੈ, ਹਰ ਸਿਉ ਰਹਿ ਲਿਵ ਲਾਏ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।